सतनाम श्री वाहेगुरु। गुरु गरीब नवाज गुरु ग्रंथ साहिब जीओ महाराज। एक ओंकार सतनाम करता पुरख निर्भव निर्वैर। अकाल मूरत अजूनी सैभं गुर प्रसाद जप। आद सच जुगाद सच है पी सच नानक होसी पी सच। ज्यों बुलावै त्यों बोलै स्वामी कुदरत कवण हमारी। साध संग नानक जस गायो ज्यों प्रभ की अति प्यारी। जे हाजिरी लिखिया तेहा हुक्म कमाहे। कल्ले आवहि नानका सदे उठी जाहे। राणा राव ना को रहै रंग ना तुंग फकीर। बारी आपो अपनी
साडा कोई जोर ना तेरे हाथ जोर साइया, साडा कोई जोर ना तेरे हाथ जोर साइया, साडा कोई जोर प्रतख सतगुरु चवर तख्त छत्र जी दे मालिक, सर्व मनुखता नूं ज्ञान देण वाले, दुनिया दे सांझे रहबर, जागत जोत, गुरता गद्दी ते विराजमान साहिब श्री गुरु ग्रंथ साहिब महाराज सच्चे पातशाह जी की पावन पवित्र हजूरी दे अंदर दुनियावी तौर पर दुख की घड़ी विच जुड़ बैठी गुरु प्यारी गुरु सवारी सत संगत जीओ, आओ जो कि आपां सत्कारयोग माता सुरजीत कौर जी उन्हां दी अंतिम अरदास विच शामिल होने लई परिवार सके संबंधी सारे पहुंच रहे हैं। आना जाना बने दो प्रकार की हाजरी इत्थे लगती है आने वालियां दी।
ਇੱਕ ਤੇ ਆਪਾਂ ਅੰਤਮ ਅਰਦਾਸ ਵਿੱਚ ਸ਼ਾਮਲ ਹੁੰਦੇ ਹਾਂ, ਤੇ ਦੂਸਰਾ ਆਪਣਾ ਗੁਰੂ ਚਰਨਾਂ ਵਿੱਚ ਹਾਜ਼ਰੀ ਵੀ ਲੱਗਦੀ, ਕਿਉਂਕਿ ਉੱਥੇ ਸਤਸੰਗ ਹੋ ਰਿਹਾ ਹੁੰਦਾ ਹੈ, ਗੁਰਬਾਣੀ ਦੀ ਗੱਲ ਹੁੰਦੀ ਹੈ ਜਿੱਥੇ, ਉੱਥੇ ਸਾਡਾ ਜੀਵਨ ਵੀ ਸਫਲ ਹੁੰਦਾ ਹੈ। ਕੇਵਲ ਇਹ ਨਹੀਂ ਵੀ ਅਸੀਂ ਭੋਗ ਤੇ ਆਏ ਹਾਂ, ਚਲੋ ਇੱਥੇ ਆ ਕੇ ਗੁਰੂ ਦੇ ਚਰਨਾਂ ਵਿੱਚ ਵੀ ਹਾਜ਼ਰੀ ਲੱਗ ਜਾਂਦੀ ਹੈ ਜੇ ਉਹਦਾ ਅਮੋਲਕ ਵਚਨ ਕੋਈ ਨਾ ਕੋਈ ਅਸੀਂ ਧਿਆਨ ਨਾਲ ਸੁਣ ਲਈਏ ਤੇ ਹਿਰਦੇ ਵਿੱਚ ਵਸਾਈਏ। ਇਸ ਕਰਕੇ ਬਿਰਤੀਆਂ ਨੂੰ ਮਨੋਂ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ ਤਾਂ ਕਿ ਕੋਈ ਨਾ ਕੋਈ ਗੱਲ ਸਮਝ ਵਿੱਚ ਪੈ ਜਾਏ। ਮਨ ਮਨੁੱਖ ਦਾ ਬਦਲਦਾ ਜਦੋਂ ਅੰਦਰਲੇ ਫੁਰਨੇ ਬਦਲਦੇ ਆ। ਜਿਹੋ ਜਿਹੇ ਸਾਡੇ ਫੁਰਨੇ ਹੁੰਦੇ ਆ ਉਹੋ ਜਿਹਾ ਸਾਡਾ ਮਨ ਹੁੰਦਾ ਹੈ, ਜਿਹੋ ਜਿਹਾ ਸਾਡਾ ਮਨ ਹੁੰਦਾ ਉਹੋ ਜਿਹੇ ਕੰਮ ਸਾਡੀ ਬਾਡੀ ਕਰਦੀ। ਇਸ ਕਰਕੇ ਚੰਗਾ ਸੁਣਾਂਗੇ, ਚੰਗਾ ਵੇਖਾਂਗੇ ਤਾਂ ਚੰਗਾ ਹੀ ਕਰਾਂਗੇ। ਦੁਨੀਆ ਤੇ ਆਏ ਆ, ਆਉਣਾ ਜਾਣਾ ਬਣਿਆ। ਆਓ ਬਿਰਤੀਆਂ ਨੂੰ ਮਨੋਂ ਇਕਾਗਰ ਕਰਕੇ ਬੈਠੋ। ਸਾਰੀ ਸੰਗਤ ਪਿਆਰ ਨਾਲ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਸਿੱਖਾਂ ਦੀ ਮਰਜ਼ਾਦਾ ਹੈ ਕਿ ਭਾਵੇਂ ਗੁਰਸਿੱਖ ਦੇ ਘਰ ਵਿੱਚ ਖੁਸ਼ੀ ਆਉਂਦੀ ਹੈ, ਭਾਵੇਂ ਗਮੀ ਆਉਂਦੀ ਹੈ, ਅਸੀਂ ਬਾਣੀ ਦਾ ਓਟ ਆਸਰਾ ਲੈਂਦੇ ਹਾਂ। ਭਾਵੇਂ ਕੋਈ ਸਾਡਾ ਪਰਿਵਾਰ ਦਾ ਜੀਵ ਵਿਛੜਦਾ ਹੈ, ਫਿਰ ਵੀ ਅਸੀਂ ਬਾਣੀ ਦਾ ਓਟ ਆਸਰਾ ਲੈਂਦੇ ਹਾਂ। ਗੁਰੂ ਤੋਂ ਆਗਿਆ ਲੈ ਕੇ ਸੰਸਕਾਰ ਕਰਦੇ ਹਾਂ, ਫਿਰ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਹਾਂ, ਫਿਰ ਅਲਾਣੀਆਂ ਦਾ ਪਾਠ ਹੁੰਦਾ ਹੈ, ਫਿਰ ਅਸੀਂ ਸਹਿਜ ਪਾਠ ਜਾਂ ਅਖੰਡ ਪਾਠ ਬਾਣੀ ਦਾ ਓਟ ਆਸਰਾ ਲੈਂਦੇ ਹਾਂ, ਭੋਗ ਪੈਂਦੇ ਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੋਂ ਅਸੀਂ ਸਮਝਣਾ ਹੁੰਦਾ ਹੈ। ਬਾਣੀ ਪੜ੍ਹੀਏ, ਭਾਵੇਂ ਕਿਸੇ ਵੀ ਮੌਕੇ ਤੇ ਪੜ੍ਹੀਏ, ਪਰ ਬਾਣੀ ਹੈ ਨਾ ਜਿਹੜੀ, ਇਹ ਸੁਣਨ ਤੇ ਸਮਝਣ ਵਾਸਤੇ ਹੈ। ਆਇਓ ਸੁਣਨ ਪੜ੍ਹਨ ਕੋ ਬਾਣੀ। ਕਾਹਦੇ ਵਾਸਤੇ ਆਇਆ? ਬਾਣੀ ਨੂੰ ਸੁਣਨ ਵਾਸਤੇ, ਪੜ੍ਹਨ ਵਾਸਤੇ, ਸਮਝਣ ਵਾਸਤੇ। ਗੁਰੂ ਜੀ ਦਾ ਦਰਸ਼ਨ ਕੀ ਹੈ ਜੀ? ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰੇ। ਜੇ ਆਪਾਂ ਅਸਲੀ ਦਰਸ਼ਨ ਕਰਨੇ ਆ ਨਾ ਗੁਰੂ ਸਾਹਿਬ ਜੀ ਦੇ, ਤਾਂ ਗੁਰੂ ਦੀ ਵਿਚਾਰ ਨਾਲ ਜੁੜਨਾ ਗੁਰੂ ਦੇ ਦਰਸ਼ਨ ਹਨ। ਜਦੋਂ ਸ਼ਬਦ ਸਮਝ ਵਿੱਚ ਆਉਂਦਾ ਹੈ, ਜਦੋਂ ਗੁਰੂ ਗਿਆਨ ਦਿੰਦਾ ਹੈ, ਫਿਰ ਸਾਡਾ ਜੀਵਨ ਬਦਲਦਾ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ, ਉਦੋਂ ਵੀ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਆ, ਜੇ ਅਸੀਂ ਸਮਝੀਏ ਕਿ ਭਾਈ ਇਹ ਪਰਮੇਸ਼ਵਰ ਦਾ ਹੁਕਮ ਹੈ। ਹੁਣ ਕਈ ਵਾਰੀ ਸਾਡਾ ਮਾਤਾ ਪਿਤਾ ਨਾਲ ਜਾਂ ਕੋਈ ਜੀਵ ਸਾਡਾ ਵਿਛੜ ਗਿਆ ਪਰਿਵਾਰ ਨਾਲੋਂ, ਪੁੱਤਰ ਲਾ ਲਓ, ਧੀ ਲਾ ਲਓ, ਮਾਂ ਲਾ ਲਓ, ਪਿਓ ਕਹਿ ਦਈਏ, ਕੋਈ ਵੀ ਜੀਵ ਵਿਛੜਦਾ, ਸਾਨੂੰ ਦੁੱਖ ਹੁੰਦਾ ਫਿਰ, ਕਿਉਂਕਿ ਅਸੀਂ ਉਹਦੇ ਨਾਲ ਜੁੜੇ ਹੁੰਦੇ ਹਾਂ, ਸਾਡਾ ਉਹਦੇ ਨਾਲ ਸੰਬੰਧ ਹੁੰਦਾ ਹੈ ਪਰਿਵਾਰਕ, ਸਾਡੇ ਨਾਲ ਰਿਹਾ ਹੁੰਦਾ ਹੈ। ਹੁਣ ਮਾਤਾ ਪਿਤਾ ਹੈ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ, ਸਾਨੂੰ ਤੁਰਨਾ ਫਿਰਨਾ ਜਿਉਣਾ ਸਿਖਾਇਆ। ਹੁਣ ਐਡੀ ਛੇਤੀ ਭੁੱਲ ਤੇ ਨਹੀਂ ਸਕਦੇ। ਜੇ ਮੈਂ ਕਹਾਂ ਵੀ ਭਾਣਾ ਮੰਨੋ, ਹੁਣ ਭਾਣਾ ਮੰਨਣਾ ਸਾਨੂੰ ਗੁਰੂ ਨੇ ਸਿਖਾਉਣਾ ਹੈ। ਭਾਣਾ ਮੰਨਣਾ ਗੁਰੂ ਦੱਸਦਾ, ਫਿਰ ਸਾਡੇ ਭਾਣਾ ਸਮਝ ਵਿੱਚ ਪੈਂਦਾ, ਫਿਰ ਹੁਕਮ ਸਾਡੇ ਸਮਝ ਵਿੱਚ ਪੈਂਦਾ। ਹੁਕਮ ਕਹਿ ਲਓ, ਭਾਣਾ ਕਹਿ ਲਓ, ਰਜਾ ਕਹਿ ਲਓ, ਇੱਕੋ ਹੀ ਗੱਲ ਵੀ ਉਹਦੀ ਰਜਾ ਵਿੱਚ ਤੁਰਨਾ। ਕਿਉਂਕਿ
ਪਾਤਸ਼ਾਹ ਸਾਨੂੰ ਇਹੀ ਸਮਝਾਉਂਦੇ ਆ, ਜਦੋਂ ਅਸੀਂ ਪਾਠ ਕਰਾਉਂਦੇ ਆ ਨਾ ਕਿਸੇ ਪ੍ਰਾਣੀ ਦੇ ਜਾਣ ਤੇ ਵੀ, ਗੁਰੂ ਸਾਹਿਬ ਜੀ ਸਾਨੂੰ ਕਹਿੰਦੇ ਆ ਵੀ ਭਾਈ ਤੂੰ ਚਿੰਤਾ ਨਾ ਕਰ, ਇਹ ਅਣਹੋਣੀ ਨਹੀਂ ਹੈ। ਗੁਰੂ ਸਾਹਿਬ ਜੀ ਸਮਝਾਉਂਦੇ ਆ, ਕੀ ਕਹਿੰਦੇ ਆ, ਚਿੰਤਾ ਤਾਂ ਕੀ ਕੀਜੀਐ ਜੇ ਅਣਹੋਣੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਵੀ ਇਹ ਤਾਂ ਮਾਰਗ ਹੈ ਸੰਸਾਰ ਦਾ, ਇਹੋ ਮਾਰਗ ਸੰਸਾਰ ਕੋ। ਚਿੰਤਾ ਤਾਂ ਤੂੰ ਤਾਂ ਕਰ ਵੀ ਤੇਰੇ ਨਾਲ ਉਹ ਗੱਲ ਵਾਪਰ ਗਈ ਜਿਹੜੀ ਦੁਨੀਆ ਨਾਲ ਕਦੇ ਵਾਪਰੀ ਨਹੀਂ, ਜਿਹੜੀ ਕਿਸੇ ਨਾਲ ਵੀ ਨਹੀਂ ਵਾਪਰੀ। ਏਦਾਂ ਫਿਰ ਹੌਲੀ ਹੌਲੀ ਗੁਰੂ ਚਿੰਤਾ ਦੂਰ ਕਰਦਾ ਹੈ। ਚਿੰਤਾ ਤਾਂ ਕੀ ਕੀਜੀਏ। ਹੁਣ ਬਿਨਾਂ ਸਮਝੇ ਤੋਂ ਕਈ ਵਾਰੀ ਆਪਾਂ ਕਹਿ ਦੇਣਾ ਵੀ ਅਣਹੋਣੀ ਹੋ ਗਈ ਸਾਡੇ ਨਾਲ, ਤੇ ਸਾਡੀ ਮਾਂ ਜਾਂ ਭਰਾ ਜਾਂ ਪਿਓ ਵੀ ਸਾਨੂੰ ਛੱਡ ਕੇ ਚਲਿਆ ਗਿਆ। ਪਰ ਹੌਲੀ ਹੌਲੀ ਫਿਰ ਸਮਝ ਵਿੱਚ ਪੈਂਦੀ ਹੈ ਗੱਲ ਕਿ ਨਹੀਂ, ਇਹ ਤਾਂ ਉਹਦਾ ਨਿਯਮ ਹੈ ਪਰਮਾਤਮਾ ਦਾ, ਇਹ ਤਾਂ ਹੁਕਮ ਹੈ ਪਰਮਾਤਮਾ ਦਾ। ਫਿਰ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਆ ਕਿਵੇਂ, ਵੀ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਜਿਹੜੀ ਗੱਲ ਉਹਨੂੰ ਚੰਗੀ ਲੱਗਦੀ ਹੈ ਪਰਮਾਤਮਾ ਉਹ ਕਰਦਾ ਹੈ, ਕਿਉਂਕਿ ਸ੍ਰਿਸ਼ਟੀ ਕਿਹਨੇ ਬਣਾਈ ਹੈ ਜੀ? ਪਰਮਾਤਮਾ ਨੇ। ਜਨਮ ਕਿਹਨੇ ਦਿੱਤਾ? ਪਰਮਾਤਮਾ ਨੇ। ਮੌਤ ਕਿਹਨੇ ਦੇਣੀ ਹੈ? ਪਰਮਾਤਮਾ ਨੇ। ਜਿੰਨੇ ਸਵਾਦ ਸਾਨੂੰ ਦੇ ਕੇ ਭੇਜਿਆ ਉਹਦੇ ਰੰਗ ਹੈ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਇਹ ਸੱਚੇ ਪਾਤਸ਼ਾਹ, ਜਿਹੜੀ ਗੱਲ ਤੈਨੂੰ ਚੰਗੀ ਲੱਗਦੀ ਹੈ ਉਹੀ ਠੀਕ ਹੈ, ਬਸ ਗੁਰਸਿੱਖ ਤੇ ਇਹ ਕਹਿੰਦਾ। ਪਰ ਇੱਕ ਵਾਰੀ ਆਪਾਂ ਜਦੋਂ ਦੁੱਖ ਵਿੱਚ ਹੁੰਨੇ ਆ ਨਾ, ਉਦੋਂ ਕਈ ਵਾਰੀ ਬੰਦਾ ਭਾਣਾ ਸੁਣ ਕੇ ਵੀ ਖੁਸ਼ ਨਹੀਂ ਹੁੰਦਾ। ਆਪਾਂ ਕਹਿੰਦੇ ਵੀ ਭਾਣਾ ਮੰਨ, ਪਰ ਆਖਰ ਨੂੰ ਮੰਨਣਾ ਭਾਣਾ ਹੀ ਪੈਂਦਾ, ਉਹਦਾ ਹੁਕਮ ਮੰਨਣਾ ਪੈਂਦਾ, ਕਿਉਂਕਿ ਸਿਸਟਮ ਉਹਦਾ ਬਣਾਇਆ ਹੋਇਆ। ਪਾਤਸ਼ਾਹ ਕਹਿੰਦੇ ਆ, ਜਿਹੜੀ ਗੱਲ ਉਹਨੂੰ ਚੰਗੀ ਲੱਗਦੀ ਹੈ ਪਰਮਾਤਮਾ, ਉਹਨੂੰ ਭਾਉਂਦੀ ਹੈ ਜਿਹੜੀ ਗੱਲ। ਏਦਾਂ ਫਿਰ ਬਾਣੀ ਰਾਹੀਂ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਆ, ਭਾਵੇ ਕਰਤਾਰ ਨੂੰ ਸਾਈ ਗੱਲ ਚੰਗੀ ਹੋਵੇ, ਭਾਵੇ ਕਰਤਾਰ ਨੂੰ ਸਾਈ ਗੱਲ ਚੰਗੀ ਹੋਵੇ।
ਚੰਗੀ ਲੱਗਦੀ ਹੈ ਪਰਮਾਤਮਾ। ਸ੍ਰਿਸ਼ਟੀ ਤੇ ਉਹ ਹੋ ਰਿਹਾ। ਸੱਚੇ ਪਾਤਸ਼ਾਹ ਕਹਿੰਦੇ ਆ, ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ। ਕਿ ਸਭ ਕੁਝ ਉਹਦੀ ਰਜਾ ਦੇ ਅੰਦਰ ਹੋ ਰਿਹਾ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ। ਆਪਣਾ ਕੀਤਾ ਕਿਛੂ ਨਾ ਹੋਵੈ, ਜਿਉ ਹਰ ਭਾਵੈ ਤਿਉ ਰੱਖੀਐ। ਸਾਡਾ ਕੀਤਾ ਕੁਛ ਵੀ ਨਹੀਂ ਹੁੰਦਾ, ਜਿਉ ਹਰ ਭਾਵੈ ਤਿਉ ਰੱਖੀਐ। ਮੇਰੇ ਹਰਿ ਜੀਓ ਸਭ ਕੋ ਤੇਰਾ ਵਸ। ਇਹ ਸੱਚੇ ਪਾਤਸ਼ਾਹ, ਸਭ ਕੁਝ ਤੇਰੇ ਵਸ ਵਿੱਚ ਤਾਂ ਹੈ। ਮੇਰੇ ਹਰਿ ਜੀਓ ਸਭ ਕੋ ਤੇਰਾ ਵਸ। ਅਸਾਂ ਜੋਰ ਨਾਹੀਂ, ਜੇ ਕਿਸ ਕਰ ਹਮ ਸਕ ਹੈ। ਸਾਡਾ ਕੋਈ ਜ਼ੋਰ ਹੀ ਨਹੀਂ ਵੀ ਅਸੀਂ ਕੁਛ ਕਰ ਸਕਦੇ ਹੋਈਏ। ਜਿੰਨਾ ਚਿਰ ਉਹਦੀ ਜੋਤ ਅੰਦਰ ਕੰਮ ਕਰ ਰਹੀ ਹੈ, ਸਰੀਰ ਚੱਲ ਰਿਹਾ ਹੈ। ਜਿੰਨਾ ਚਿਰ ਜੋਤ ਅੰਦਰ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਮਾਤਾ ਦੇ ਪੇਟ ਵਿੱਚ ਪਹਿਲਾਂ ਮਾਸ ਦੀ ਗੁਥਲੀ ਬਣੇ ਅਸੀਂ, ਫਿਰ ਜੋਤ ਰੱਖੀ ਪਰਮਾਤਮਾ ਨੇ। ਅੱਖਾਂ ਨੇ ਕੰਮ ਕੀਤਾ, ਹੱਥਾਂ ਨੇ ਕੰਮ ਕੀਤਾ, ਪੈਰਾਂ ਨੇ ਕੰਮ ਕੀਤਾ, ਸਰੀਰ ਕੰਮ ਕਰਨ ਲੱਗਿਆ। ਦਿਮਾਗ ਪਰਮਾਤਮਾ ਨੇ ਦਿੱਤਾ। ਕਿਸੇ ਨੂੰ ਤੰਦਰੁਸਤ ਸਰੀਰ ਦਿੱਤਾ ਤੇ ਕਈਆਂ ਦੇ ਅੰਗ ਨਹੀਂ ਵੀ ਕੰਮ ਕਰਦੇ ਹੁੰਦੇ। ਗੱਲ ਇੱਕੋ ਹੀ ਆ ਵੀ ਕਿਸੇ ਦਾ ਦਿਮਾਗ ਨਹੀਂ ਕੰਮ ਕਰਦਾ, ਕਿਸੇ ਦੇ ਹੱਥ ਨਹੀਂ ਕੰਮ ਕਰਦੇ ਹੁੰਦੇ, ਕਿਸੇ ਦੇ ਪੈਰ ਨਹੀਂ ਕੰਮ ਕਰਦੇ ਹੁੰਦੇ। ਇਹ ਵੀ ਵੱਡੀ ਦਾਤ ਹੈ ਵੀ ਤੰਦਰੁਸਤ ਸਰੀਰ ਮਿਲਿਆ, ਦਿਮਾਗ ਮਿਲਿਆ। ਇਹ ਵੀ ਉਹਦੀ ਦਾਤ ਹੈ ਪਰਮਾਤਮਾ, ਕਿਉਂਕਿ ਮਾਨਸਿਕ ਰੋਗੀ ਵੀ ਬੜੇ ਆ। ਇਸ ਕਰਕੇ ਜਿਹੜੀ ਬੁੱਧੀ ਵੀ ਆ ਨਾ, ਇਹ ਵੀ ਪਰਮਾਤਮਾ ਨੇ ਦਿੱਤੀ ਹੈ, ਜਿਹਦੇ ਨਾਲ ਬੰਦਾ ਕੰਮ ਕਰ ਰਿਹਾ। ਸੋਚਣ ਸ਼ਕਤੀ ਮਿਲੀ ਹੈ ਤਾਂ ਸਭ ਕੁਝ ਕੀਤਾ, ਤਾਂ ਹੀ ਵਿੱਦਿਆ ਪੜ੍ਹੀ, ਤਾਂ ਹੀ ਅਫਸਰ ਲੱਗੇ। ਜੇ ਦਿਮਾਗ ਉਹਨੇ ਦਿੱਤਾ ਸੀ, ਕੰਮ ਕਰਦਾ ਸੀ, ਸਰੀਰ ਮਿਲਿਆ ਸੀ ਚੰਗਾ, ਤਾਂ ਸਭ ਕੁਝ ਕੀਤਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਵੀ ਤੈਨੂੰ ਸਰੀਰ ਜੇ ਦਿੱਤਾ ਹੈ ਨਾ ਪਰਮਾਤਮਾ ਜੀ ਨੇ, ਤਾਂ ਦੁਨੀਆ ਤੇ ਆ ਕੇ ਕੁਝ ਚੰਗਾ ਕੰਮ ਕਰ। ਨਹੀਂ ਇਹਨੇ ਰਹਿਣਾ ਨਹੀਂ, ਇਹ ਨਾਸ਼ਵਾਨ ਹੈ। ਸੱਚੇ ਪਾਤਸ਼ਾਹ ਕਹਿੰਦੇ ਆ ਵੀ ਉਹਦੇ ਹੁਕਮ ਅੰਦਰ ਹੈ ਸਭ ਕੁਛ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ। ਆਪਣਾ ਕੀਤਾ ਕਿਛੂ ਨਾ ਹੋਵੈ, ਜਿਉ ਹਰ ਭਾਵੈ ਤਿਉ ਰੱਖੀਐ। ਮੇਰੇ ਹਰਿ ਜੀਓ ਸਭ ਕੋ ਤੇਰਾ ਵਸ। ਅਸਾਂ ਜੋਰ ਨਾਹੀਂ, ਜੇ ਕਿਸ ਕਰ ਹਮ ਸਕ ਹੈ। ਜਿਉ ਭਾਵੈ ਤਿਵੈ ਬਖਸ਼। ਪੰਜ ਤਤ ਕਰ ਸ੍ਰਿਸ਼ਟ ਤੁਧ ਸਾਜੀ। ਪੰਜ ਤੱਤਾਂ ਦਾ ਸਰੀਰ ਪਰਮਾਤਮਾ ਜੀ ਨੇ ਸਾਜਿਆ। ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਅੱਜ ਤੱਕ ਕਹਿੰਦੇ ਕੋਈ ਛੇਵਾਂ ਤੱਤ ਨਹੀਂ ਪਾ ਸਕਿਆ ਇਹਦੇ ਵਿੱਚ। ਪੰਜ ਤੱਤਾਂ ਦਾ ਸਰੀਰ ਵਾਹਿਗੁਰੂ ਜੀ ਨੇ ਬਣਾਇਆ। ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਕਿਤੇ ਕਹਿੰਦੇ ਆ ਸੱਚੇ ਪਾਤਸ਼ਾਹ ਵੀ, ਜੀਓ ਪਿੰਡ ਦੀਆ ਤੁਧ ਆਪੇ ਕਾਰੈ ਲਾਇਆ। ਸਰੀਰ ਦਿੱਤਾ ਤੇ ਆਪ ਹੀ ਅਸੀਂ ਕਾਰ ਵਿੱਚ ਪਰਮਾਤਮਾ ਜੀ ਨੇ ਲਾਏ ਹੋਏ ਆ ਵੀ ਸਾਰੀ ਸ੍ਰਿਸ਼ਟੀ ਉਹਦੇ ਦਾਇਰੇ ਦੇ ਅੰਦਰ ਹੈ। ਕਈ ਵਾਰੀ ਬੰਦਾ ਸਰੀਰ ਤੇ ਜਾਂ ਦਿਮਾਗ ਤੇ ਮਾਣ ਕਰਕੇ ਕਹਿ ਦਿੰਦਾ ਨਾ ਵੀ ਸ਼ਾਇਦ ਬੰਦਾ ਆਪਣੇ ਆਪ ਕੁਝ ਕਰ ਰਿਹਾ, ਨਹੀਂ, ਪਰਮਾਤਮਾ ਹੀ ਕਰਾ ਰਿਹਾ। ਪਰਮਾਤਮਾ ਨੇ ਡਿਊਟੀਆਂ ਲਾਈਆਂ ਨੇ, ਤੁਧ ਆਪੇ ਕਾਰੈ ਲਾਇਆ। ਕਿਸੇ ਨੂੰ ਸਤਿਕਾਰਯੋਗ ਕੰਮ ਮਿਲੇ ਹੋਏ ਆ, ਕਿਸੇ ਨੂੰ ਛੋਟੇ ਕੰਮ ਮਿਲੇ ਆ, ਕੋਈ ਵੱਡਾ ਕੰਮ ਕਰਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ ਹੈ। ਤੇ ਬੰਦੇ ਦਾ ਮਨ ਤੇ ਚਾਹੁੰਦਾ ਵੀ ਮੈਂ ਆਹ ਕੰਮ ਨਹੀਂ, ਮੈਂ ਉਹ ਕੰਮ ਕਰਨਾ ਚਾਹੀਦਾ ਸੀ। ਮੈਨੂੰ ਮੰਨ ਲਈਏ ਵੀ ਮੈਂ ਖੇਤੀ ਕਰਦਾ, ਮੈਨੂੰ ਤੇ ਅਫਸਰ ਬਣਨਾ ਚਾਹੀਦਾ ਸੀ। ਬੰਦਾ ਤੇ ਚਾਹੁੰਦਾ ਹੈ, ਪਰ ਨਹੀਂ ਸਿਸਟਮ ਬਣਿਆ ਉਹੋ ਜਿਹਾ ਸ਼ੁਰੂ ਤੋਂ, ਨਹੀਂ ਉਹੋ ਜਿਹੀ ਪੜ੍ਹਾਈ ਹੋਈ, ਨਹੀਂ ਉਹੋ ਜਿਹੇ ਮਾਤਾ ਪਿਤਾ ਮਿਲੇ, ਨਹੀਂ ਉਹੋ ਜਿਹਾ ਸਿਸਟਮ ਮਿਲਿਆ। ਕਿਹਦੇ ਕਾਰਨ? ਕਿਉਂਕਿ ਕਰਮ ਇਹੋ ਜਿਹੀ ਸੀ, ਸਾਡੀ ਯੋਗਤਾ ਇਹੋ ਜਿਹੀ ਸੀ। ਤੇ ਜਿਹਨੂੰ ਉਹ ਵਿਧ ਬਣਾਉਂਦਾ ਹੈ, ਉਹ ਬੜਾ ਗਰੀਬੀ ਤੋਂ ਵੀ ਉਠਾ ਕੇ ਉੱਪਰ ਲੈ ਜਾਂਦਾ ਹੈ, ਵੱਡੇ ਵੱਡੇ ਬਣਾ ਦਿੰਦਾ ਉਹ ਪਰਮਾਤਮਾ। ਇਸ ਕਰਕੇ ਜੇ ਆਪਾਂ ਗੁਰਬਾਣੀ ਨੂੰ ਖੋਜੀਏ ਨਾ, ਤਾਂ ਫਿਰ ਪਤਾ ਲੱਗਦਾ ਵੀ ਸਭ ਕੁਝ ਉਹਦੀ ਰਜਾ ਦੇ ਅੰਦਰ ਹੈ। ਜੀਓ ਪਿੰਡ ਦੀਆ ਤੁਧ ਆਪੇ ਕਾਰੈ ਲਾਇਆ।
ਤੂੰ ਆਪ ਹੀ ਕਾਰ ਤੇ ਲਾਏ ਹੋਏ। ਜੰਮਣ ਮਰਨਾ ਹੁਕਮ ਹੈ, ਭਾਣੈ ਆਵੈ ਜਾਏ। ਜੰਮਣਾ ਤੇ ਮਰਨਾ ਹੁਕਮ ਹੈ ਉਹਦਾ, ਪਰਮਾਤਮਾ ਦਾ। ਆਪਣੀ ਮਰਜ਼ੀ ਨਾਲ ਮਨੁੱਖ ਨਾ ਜਨਮ ਲੈਂਦਾ ਹੈ ਤੇ ਨਾ ਹੀ ਆਪਣੀ ਮਰਜ਼ੀ ਨਾਲ ਮਨੁੱਖ ਸੰਸਾਰ ਤੋਂ ਜਾਂਦਾ ਹੈ। ਜਦੋਂ ਸਵਾਸ ਮੌਤ ਕਿਹਨਾਂ ਦੇ ਹਿੱਸੇ ਆਉਂਦੀ ਹੈ? ਜਿਨ ਕੀ ਚੀਰੀ ਦਰਗਹਿ ਪਾਟੀ ਤਿਨਾ ਮਰਣਾ ਭਾਈ। ਜਿਨ੍ਹਾਂ ਦੀ ਚਿੱਠੀ ਦਰਗਾਹ ਵਿੱਚੋਂ ਪਾਟ ਜਾਂਦੀ ਹੈ, ਉਹਨਾਂ ਦੇ ਹਿੱਸੇ ਮੌਤ ਆਉਂਦੀ। ਆਪਾਂ ਪੜ੍ਹਦੇ ਹਾਂ, ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਏ। ਪਾਤਸ਼ਾਹ ਤੇ ਕਹਿੰਦੇ ਵੀ ਸਮਾਂ ਵੀ ਲਿਖਿਆ ਹੋਇਆ ਤੇਰਾ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਸੰਬਤ ਸਾਹਾ ਭਾਵ ਸਮਾਂ। ਮਹਾਰਾਜ ਕਹਿੰਦੇ ਸਮਾਂ ਵੀ ਤੇਰਾ ਨਿਯਤ ਕੀਤਾ ਹੋਇਆ, ਦਿਨ ਮੁਕਰਰ ਕੀਤਾ ਹੋਇਆ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਮਿਲ ਕਰ ਪਾਵੋ ਤੇਲ ਤੋਂ ਭਾਵ ਕੀ ਹੈ? ਵੀ ਜਿਵੇਂ ਪੁਰਾਣੇ ਸਮਿਆਂ ਵਿੱਚ ਜਦੋਂ ਲੜਕੀ ਦਾ ਬੱਚੀ ਦਾ ਵਿਆਹ ਹੁੰਦਾ, ਇੱਕ ਤੇਲ ਚੋਇਆ ਜਾਂਦਾ ਸੀ। ਉਹ ਤੋਂ ਭਾਵ ਕੀ ਸੀ? ਵੀ ਇਹ ਦਿਨ ਮੁਕਰਰ ਕਰ ਦਿੱਤਾ ਗਿਆ, ਇਹ ਕਾਰਜ ਦਾ ਦਿਨ ਪੱਕਾ ਕਰ ਦਿੱਤਾ। ਇਸ ਤਰ੍ਹਾਂ ਕਹਿੰਦੇ ਸਾਡਾ ਮੌਤ ਦਾ ਦਿਨ ਵੀ ਮੁਕਰਰ ਹੈ, ਪੱਕਾ ਕੀਤਾ ਹੋਇਆ ਬੰਦਾ। ਮਰਨ ਲਖਾਏ ਮੰਡਲ ਮਹਿ ਆਏ। ਆਪਾਂ ਪੜ੍ਹਦੇ ਆ ਨਾ ਵੀ ਫੇਰ ਤੂੰ ਸੰਸਾਰ ਰੂਪੀ ਮੰਡਲ ਦੇ ਵਿੱਚ ਆਇਆ। ਮਰਨ ਲਖਾਏ ਮੰਡਲ ਮਹਿ ਆਏ, ਤੂੰ ਲਿਖਾ ਕੇ ਆਇਆ ਸੰਸਾਰ ਤੇ। ਜਦੋਂ ਚਿੱਠੀ ਆ ਜਾਂਦੀ ਹੈ, ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵਹਿ ਨਾਨਕਾ। ਉਹਦੇ ਕੱਲੇ ਹੋਏ ਆਏ। ਦੁਨਿਆਵੀ ਸੱਦੇ ਅਸੀਂ ਮੋੜ ਸਕਦੇ ਹਾਂ। ਦੁਨਿਆਵੀ ਸੱਦਾ ਹੁੰਦਾ, ਆਪਾਂ ਕਹਿੰਦੇ ਹਾਂ ਮੇਰੇ ਕੋਲ ਸਮਾਂ ਨਹੀਂ ਹੈ, ਤੂੰ ਚਲਿਆ ਜਾ। ਅੱਜ ਮੇਰੇ ਕੋਲ ਟਾਈਮ ਨਹੀਂ, ਤੂੰ ਫਲਾਨੀ ਜਗ੍ਹਾ ਚਲਿਆ ਜਾ। ਅੱਜ ਮੇਰੇ ਕੋਲ ਸਮਾਂ ਨਹੀਂ। ਪਰ ਇੱਕ ਸੱਦਾ ਪਰਮਾਤਮਾ ਵੱਲੋਂ ਆਉਂਦਾ। ਇੱਕ ਪਰਮਾਤਮਾ ਵੱਲੋਂ ਚਿੱਠੀ ਆਉਂਦੀ ਹੈ ਜਿਹੜੀ ਹਰ ਇੱਕ ਨੂੰ ਆਉਣੀ ਹੈ। ਕੀ ਕਹਿੰਦੇ ਆ ਪਾਤਸ਼ਾਹ? ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ। ਕਹਿੰਦੇ ਘਰ ਘਰ ਪਹੁੰਚਣੀ ਆ। ਕਦੇ ਕਿਸੇ ਦੇ ਘਰ, ਕਦੇ ਕਿਸੇ ਦੇ ਘਰ, ਕਦੇ ਕਿਸੇ ਦੇ ਘਰ ਪਹੁੰਚਦੀ ਹੈ ਨਾ ਚਿੱਠੀ। ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਮਹਾਰਾਜ ਕਹਿੰਦੇ ਲਿਖਿਆ ਸਮਾਂ, ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਏ। ਇਸ ਨੂੰ ਆਪਾਂ ਅਰਥ ਸਰੂਪ ਪੜ੍ਹ ਲੈਂਦੇ ਹਾਂ ਧਾਰਨਾ ਵਿੱਚ। ਜਿਵੇਂ ਕਹਿੰਦੇ ਵੀ ਜਦੋਂ ਉਹਦਾ ਸੱਦਾ ਆ ਗਿਆ ਉਦੋਂ ਕੋਈ ਨਹੀਂ ਰੋਕ ਸਕਦਾ। ਇਹ ਸੱਦਾ ਜਿਹਨੂੰ ਆ ਜਾਂਦਾ ਉਹਨੂੰ ਫਿਰ ਜਾਣਾ ਹੀ ਪੈਂਦਾ। ਕੀ ਕਹਿੰਦੇ ਆ ਪਾਤਸ਼ਾਹ? ਕੱਲੇ ਜਗ ਆਈਦਾ ਸੱਦਿਆਂ ਤੇ ਜਾਣਾ ਪੈਂਦਾ। ਕੱਲੇ ਜਗ ਆਈਦਾ ਸੱਦਿਆਂ ਤੇ ਜਾਣਾ ਪੈਂਦਾ।
ਸਾਚਿਰੀ ਲਿਖਿਆ, ਤੇਹਾ ਹੁਕਮ ਕਮਾਹੇ, ਕੱਲੇ ਆਵਹਿ ਨਾਨਕਾ ਸੱਦੇ, ਉੱਠੀ ਜਾਹੇ। ਉਹਦੇ ਭੇਜਿਆ ਜਦੋਂ ਸੱਦਾ ਆ ਗਿਆ, ਉਦੋਂ ਉੱਠਣਾ ਹੀ ਪੈਣਾ, ਇੱਥੋਂ ਜਾਣਾ ਹੀ ਪੈਣਾ। ਬਹਾਨਾ ਕੋਈ ਵੀ ਬਣ ਸਕਦਾ। ਐਕਸੀਡੈਂਟ ਦੇ ਬਹਾਨੇ ਬਣ ਜਾਂਦੇ ਆ, ਹਾਰਟ ਅਟੈਕ ਦੇ ਬਹਾਨੇ ਬਣ ਜਾਂਦੇ ਆ, ਬਿਮਾਰੀ ਦੇ ਬਹਾਨੇ ਬਣ ਜਾਂਦੇ ਆ, ਕੋਈ ਵੀ ਬਹਾਨਾ ਬਣ ਸਕਦਾ। ਪਰ ਗੁਰੂ ਦੇ ਮੁਤਾਬਕ ਸਾਡੀ ਬੁੱਧੀ ਛੋਟੀ, ਅਸੀਂ ਮੋਹ ਵਿੱਚ ਫਸੇ ਹੋਏ ਕਈ ਵਾਰੀ ਕਹਿ ਦਿੰਦੇ ਵੀ ਇਹ ਬਹਾਨਾ ਨਹੀਂ ਹੈ। ਮਹਾਰਾਜ ਕਹਿੰਦੇ ਆ, ਚਿੰਤਾ ਤਾਂ ਕੀ ਕੀਜੀਏ, ਜੇ ਅਨਹੋਣੀ ਹੋਏ ਇਹੋ ਮਾਰਗ ਸੰਸਾਰ ਕੋ। ਇਹ ਤਾਂ ਮਾਰਗ ਹੈ ਸੰਸਾਰ ਵਾਸਤੇ। ਇਹੋ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਕੋਈ ਵੀ ਚੀਜ਼ ਥਿਰ ਰਹਿਣ ਵਾਲੀ ਨਹੀਂ ਹੈ। ਵੇਖ ਰਿਹਾ ਬੰਦਾ ਨਾਲੇ ਸੰਸਾਰ ਤੇ, ਪਰ ਮੰਨਣਾ ਔਖਾ ਹੈ। ਗੱਲ ਤੇ ਮੰਨਣ ਤੇ ਖੜੀ ਹੈ ਨਾ। ਹੁਣ ਗੁਰਬਾਣੀ ਵੀ ਪੜ੍ਹਨ ਵਾਲਿਆਂ ਦੀ ਘਾਟ ਨਹੀਂ, ਸੁਣਨ ਵਾਲਿਆਂ ਦੀ ਘਾਟ ਨਹੀਂ, ਗਾਉਣ ਵਾਲਿਆਂ ਦੀ ਘਾਟ ਨਹੀਂ। ਜੇ ਘਾਟ ਹੈ ਤੇ ਮੰਨਣ ਵਾਲਿਆਂ ਦੀ। ਆਖੋ ਸਤਿਨਾਮ। ਜਿਨ੍ਹਾਂ ਨੇ ਮੰਨਿਆ, ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਜਿਨ੍ਹਾਂ ਨੇ ਅੰਦਰੋਂ ਸ਼ਬਦ ਦੇ ਨਾਲ ਇਸ਼ਨਾਨ ਕਰ ਲਿਆ, ਆਪਣੇ ਆਪ ਨੂੰ ਸਾਫ਼ ਕਰ ਲਿਆ। ਜਿਨ੍ਹਾਂ ਨੇ ਅੰਦਰੋਂ, ਇੱਕ ਬਾਹਰੋਂ ਤਨ ਦਾ ਇਸ਼ਨਾਨ ਕਰਦੇ ਹਾਂ ਅਸੀਂ ਪਾਣੀ ਨਾਲ, ਇੱਕ ਬਾਣੀ ਨਾਲ, ਸ਼ਬਦ ਨਾਲ ਮਨ ਦਾ ਇਸ਼ਨਾਨ ਹੁੰਦਾ। ਕਦੇ ਪਾਤਸ਼ਾਹ ਸ਼ਰੀਰਾਂ ਵਿੱਚ ਰਹਿ ਕੇ ਸਮਝਾਉਂਦੇ ਸਾਨੂੰ, ਬਾਣੀ ਉਹੀ ਹੈ, ਸ਼ਬਦ ਉਹੀ ਆ। ਕਦੇ ਸਰੀਰ ਵਿੱਚ ਰਹਿ ਕੇ ਸਮਝਾਉਂਦੇ, ਤੇ ਅੱਜ ਸ਼ਬਦ ਰਾਹੀਂ ਸਾਡੇ ਕੋਲ ਹੈ ਤੇ ਉਹੀ ਬਾਣੀ ਹੈ ਨਾ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਾਡਾ ਸ਼ਬਦ ਗੁਰੂ ਹੈ। ਸ਼ਬਦ ਹੀ ਅਸੀਂ ਵਰਤਦੇ ਹਾਂ ਹਰੇਕ ਥਾਂ। ਹੁਣ ਵੀ ਆਪਾਂ ਬੈਠੇ ਹਾਂ, ਹੁਣ ਮਾਤਾ ਜੀ ਗਏ, ਆਪਾਂ ਬੈਠਣ ਵੀ ਆਉਂਦੇ ਹੁਣ ਲੋਕ, ਦੁੱਖ ਸੁੱਖ ਸਾਂਝਾ ਕਰਨ, ਆਪਾਂ ਕੀ ਵਰਤਦੇ ਹਾਂ? ਦੀ ਸ਼ਬਦ ਵਰਤਦੇ ਹਾਂ ਵੀ ਭਾਈ ਕੋਈ ਗੱਲ ਨਹੀਂ, ਕੁਦਰਤ ਦਾ ਭਾਣਾ ਹੈ, ਪਰਮੇਸ਼ਰ ਦਾ ਭਾਣਾ ਹੈ, ਹੁਕਮ ਹੈ, ਮੰਨਣਾ ਚਾਹੀਦਾ ਹੈ ਵੀ ਭਾਣਾ। ਉਹਦੇ ਹੁਕਮ ਚੋਂ ਬਾਹਰ ਹੈ ਹੀ ਕੁਛ ਨਹੀਂ। ਇਹ ਪੜ੍ਹਦਾ ਵੀ ਰਹਿੰਦਾ ਵੀ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਫਿਰ ਵੀ ਕਹਿ ਛੱਡਦਾ ਵੀ ਇਹ ਭਾਣਾ ਨਹੀਂ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਭ ਕੁਝ ਉਹਦੇ ਪਰਮਾਤਮਾ ਦੇ ਹੁਕਮ ਦੇ ਅੰਦਰ ਹੈ। ਪਰ ਸੰਸਾਰ ਦੇ ਵਿੱਚ ਆ ਕੇ ਜੀਵ ਕਈ ਵਾਰੀ ਭੁੱਲ ਜਾਂਦਾ ਹੈ। ਪਸ਼ੂ ਪੰਛੀਆਂ ਦੀਆਂ ਉਦਾਹਰਨਾਂ ਵੀ ਸਤਿਗੁਰੂ ਜੀ ਦਿੰਦੇ ਆ ਮਨੁੱਖ ਨੂੰ ਸਮਝਾਉਣ ਵਾਸਤੇ। ਗੁਰੂ ਦਾ ਘਰੇ ਆਉਣਾ ਸਾਨੂੰ ਸਮਝਾਉਣਾ ਹੀ ਆ। ਗੁਰੂ ਗ੍ਰੰਥ ਸਾਹਿਬ ਜੀ ਜਦੋਂ ਸਾਡੇ ਘਰ ਆਉਂਦੇ ਆ ਜਾਂ ਪਾਠ ਕਰਾਉਂਦੇ ਆ, ਪਾਠ ਕਰਵਾਉਣ ਦਾ ਪ੍ਰਯੋਜਨ ਹੀ ਇਹ ਆ, ਪਾਠ ਕਰਵਾਉਣ ਦਾ ਮਤਲਬ ਵੀ ਇਹ ਆ ਵੀ ਗੁਰੂ ਨੂੰ ਸੁਣ ਕੇ ਸਮਝਣਾ। ਹੋਰ ਕੋਈ ਮਨੋਰਥ ਹੀ ਨਹੀਂ ਹੈ। ਉੱਦਾਂ ਭਾਵੇਂ ਬੰਦਾ ਸੋਚਦਾ ਰਹੇ। ਮੈਂ ਤੇ ਵੀ ਬੇਨਤੀ ਕਰਦਾ ਹੁੰਦਾ ਵੀ ਜੇ ਤੇਰੇ ਕੋਲ ਸੁਣਨ ਦਾ ਟਾਈਮ ਨਹੀਂ ਨਾ, ਤੂੰ ਰੁਕ ਜਾ ਕਰ। ਜਦੋਂ ਤੇਰੇ ਕੋਲ ਟਾਈਮ ਹੈ, ਜਦੋਂ ਤੇਰੇ ਕੋਲ ਸਮਾਂ ਹੈ, ਠੀਕ ਹੈ। ਕੋਈ ਜੀਵ ਜਾਂਦਾ ਸਾਡੇ ਪਰਿਵਾਰ ਚੋਂ ਵਿਛੜਦਾ, ਅਸੀਂ ਬਾਣੀ ਦਾ ਆਸਰਾ ਲੈਂਦੇ ਹਾਂ, ਸਹਾਰਾ ਲੈਂਦੇ ਹਾਂ, ਉਦੋਂ ਸਾਨੂੰ ਤੁਰੰਤ ਅਸੀਂ ਪਾਠ ਪ੍ਰਕਾਸ਼ ਕਰਵਾਉਂਦੇ ਹਾਂ। ਪਰ ਜਦੋਂ ਅਸੀਂ ਬਾਣੀ ਨੂੰ ਸਮਝਣਾ ਨਾ, ਕਈ ਵਾਰੀ ਆਪਣੇ ਘਰ ਵਿੱਚ ਜਦੋਂ ਵਿਹਲੇ ਆ, ਉਦੋਂ ਗੁਰੂ ਨੂੰ ਲੈ ਕੇ ਆਓ ਤੇ ਗੁਰੂ ਦੀ ਗੱਲ ਸੁਣੋ ਕਿ ਗੁਰੂ ਸਾਹਿਬ ਜੀ ਕਹਿੰਦੇ ਕੀ ਹੈ। ਉੱਦਾਂ ਤੇ ਮੈਂ ਬੇਨਤੀ ਕਰਦਾ ਹੁੰਦਾ ਵੀ ਗੁਰਦੁਆਰਿਆਂ ਦੇ ਅੰਦਰ ਸਦੀਆਂ ਤੋਂ ਬਾਣੀ ਪੜ੍ਹੀ ਜਾ ਰਹੀ ਹੈ। ਜਿੱਦਾਂ ਤੋਂ ਗੁਰਦੁਆਰੇ ਬਣੇ ਨੇ, ਉਦੋਂ ਤੋਂ ਨਿਤਨੇਮ ਹੋ ਰਿਹਾ ਗੁਰਦੁਆਰਿਆਂ ਦੇ ਅੰਦਰ। ਜਪਜੀ ਸਾਹਿਬ ਪੜ੍ਹਿਆ ਜਾਂਦਾ, ਜਾਪ ਸਾਹਿਬ ਪੜ੍ਹਿਆ ਜਾਂਦਾ, ਸਵਈਏ ਸਾਹਿਬ ਪੜ੍ਹੇ ਜਾਂਦੇ, ਚੌਪੀ ਸਾਹਿਬ ਪੜ੍ਹਿਆ ਜਾਂਦਾ, ਆਨੰਦ ਸਾਹਿਬ ਪੜ੍ਹਿਆ ਜਾਂਦਾ। ਪਰ ਕਿੰਨੇ ਕੁ ਲੋਕਾਂ ਨੇ ਪੁੱਛ ਲਿਆ ਕਿ ਇਹ ਸ਼ਰੀਰਾ ਮੇਰਿਆ, ਇਸ ਜੱਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸ਼ਰੀਰਾ, ਜਾ ਤੂੰ ਜੱਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰੂ ਤੇ ਇਹ ਕਹਿੰਦਾ ਰੋਜ਼ ਸਵੇਰੇ ਗੁਰਦੁਆਰੇ, ਗੁਰੂ ਤੇ ਇਹ ਆਵਾਜ਼ ਮਾਰਦਾ ਭਾਈ। ਸਤਿਗੁਰੂ ਤੇ ਕਹਿੰਦੇ ਆ ਕਿ ਕੀ ਕਰਮ ਕੀਤਾ ਇਹੋ ਜਿਹਾ ਸੰਸਾਰ ਤੇ ਆ ਕੇ, ਜਿਹੜੇ ਪਰਮਾਤਮਾ ਨੇ ਤੇਰੇ ਸਰੀਰ ਦੀ ਰਚਨਾ ਕੀਤੀ, ਤੂੰ ਉਹਨੂੰ ਨਹੀਂ ਮਨ 'ਚ ਵਸਾਉਂਦਾ।
ਉਹਨੇ ਅੰਦਰ ਭਾਲ ਨਹੀਂ ਕਰਦਾ, ਆਪਣਾ ਮੂਲ ਨਹੀਂ ਪਛਾਣਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਤੂੰ ਰੰਗ ਮਾਣ ਸੰਸਾਰ ਤੇ, ਪਰ ਕਾਹਦੇ ਨਾਲ? ਗੁਰਮਤੀ ਰੰਗ ਮਾਣ। ਮਹਾਰਾਜ ਜੀ ਕਹਿੰਦੇ ਗੁਰੂ ਦੀ ਮੱਤ ਲੈ ਕੇ ਰੰਗ ਮਾਣ। ਬੜੇ ਪਿਆਰ ਨਾਲ ਕਹਿੰਦੇ ਆ ਪਾਤਸ਼ਾਹ, ਗੁਰ ਸਿੱਖ ਮੀਤ ਚਲੋ ਹੋ ਗੁਰ ਚਾਲੀ। ਜੋ ਗੁਰ ਕਹੈ ਸੋਈ ਭਲ ਮਾਨੈ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਤੈਨੂੰ ਕਹਿੰਦਾ, ਜੋ ਗੁਰ ਕਹੈ ਸੋਈ ਭਲ ਮਾਨੋ। ਇਹ ਗੁਰੂ ਦੀ ਗੱਲ ਤੇ ਕਰਦਾ ਹੀ ਨਹੀਂ, ਦੁਨਿਆਵੀ ਗੱਲਾਂ ਕਰਦਾ ਰਹਿੰਦਾ ਸਤਸੰਗ ਵਿੱਚ। ਸਤਸੰਗ ਹੈ ਕੀ ਅਸਲ ਵਿੱਚ ਗੁਰਮੁਖੋ? ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ ਹੈ। ਜਿੱਥੇ ਬਾਣੀ ਦੀ ਵਿਆਖਿਆ ਹੁੰਦੀ ਹੋਵੇ, ਜਿੱਥੇ ਸ਼ਬਦ ਦੀ ਵਿਚਾਰ ਹੁੰਦੀ ਹੋਵੇ, ਉਹਨੂੰ ਸੰਗਤ ਕਹਿ ਸਕਦੇ ਆ। ਨਹੀਂ, ਸੰਗਤ ਨਹੀਂ, ਉਹ ਕੋਈ ਇਕੱਠ ਹੋ ਸਕਦਾ। ਜਿੱਥੇ ਗੁਰਬਾਣੀ ਤੋਂ ਬਿਨਾਂ ਗੱਲ ਹੋ ਰਹੀ ਹੈ, ਜਿੱਥੇ ਗੁਰਬਾਣੀ ਤੋਂ ਬਾਹਰ ਗੱਲ ਹੋ ਰਹੀ। ਮੇਰੇ ਪਾਤਸ਼ਾਹ ਦੇ ਬੜੇ ਅਮੋਲਕ ਬਚਨ ਨੇ, ਗੁਰਬਾਣੀ ਸਮਝਣ ਵਾਸਤੇ। ਏਦਾਂ ਫੀਲ ਕਰਿਆ ਕਰ ਜਦੋਂ ਪੜ੍ਹਦਾ ਨਾ ਸ਼ਲੋਕ ਮਹੱਲਾ ਪਹਿਲਾ, ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲ ਰਹੇ। ਪੜ੍ਹਦਾ ਨਾ ਮਹੱਲਾ ਦੂਜਾ, ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਬੋਲ ਰਹੇ। ਜਿੰਨਾ ਚਿਰ ਏਦਾਂ ਅਸੀਂ ਸਮਝਣ ਨਹੀਂ ਨਾ ਲੱਗਦੇ, ਉਹਨਾਂ ਚਿਰ ਸਾਡਾ ਛੁਟਕਾਰਾ ਹੋਣ ਵਾਲਾ ਨਹੀਂ। ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰ ਭਜਨ ਨਾਹੀ ਛੁਟਕਾਰਾ। ਬਿਨਾਂ ਭਜਨ ਤੋਂ ਛੁਟਕਾਰਾ ਹੋਣ ਵਾਲਾ ਨਹੀਂ। ਕਹਿੰਦੇ ਬੰਦਾ ਸੰਸਾਰ ਵਿੱਚ ਆ ਕੇ ਉਲਝ ਜਾਂਦਾ। ਕਿਵੇਂ? ਜਿਵੇਂ ਇੱਕ ਬਗਲੇ ਦੀ ਉਦਾਹਰਨ ਦਿੰਦੇ ਆ ਫਰੀਦ ਸਾਹਿਬ ਜੀ। ਫਰੀਦਾ ਦਰਿਆਵੈ ਕੰਨੈ ਬਗਲਾ, ਬੈਠਾ ਕੇਲ ਕਰੇ। ਕੇਲ ਕਰੇਂਦੇ ਹੰਝਨੋਂ ਅਚਿੰਤੇ ਬਾਜ ਪਏ। ਜਿੰਨੀ ਮਰਜ਼ੀ ਸਿੱਖਿਆ ਲੈ ਲਈ, ਅਸਲ ਵਿੱਚ ਬਗਲਾ ਕਲੋਲ ਨਹੀਂ ਕਰ ਰਿਹਾ, ਅਸੀਂ ਕਲੋਲ ਕਰ ਰਹੇ ਹਾਂ ਸੰਸਾਰ ਵਿੱਚ। ਜਦੋਂ ਰੱਬ ਨੂੰ ਭੁੱਲ ਗਏ, ਰੱਬ ਚੇਤੇ ਨਹੀਂ, ਪਰਮਾਤਮਾ ਚੇਤੇ ਨਹੀਂ। ਉਹਨੂੰ ਚੇਤੇ ਕਰਨਾ ਕੀ ਹੈ? ਉਹਨੂੰ ਚੇਤੇ ਕਰਨ ਤੋਂ ਭਾਵ ਹੈ ਵੀ ਮਨੁੱਖਾ ਸਰੀਰ ਪਰਮਾਤਮਾ ਨੇ ਦਿੱਤਾ, ਉਹਦੇ ਨਾਲ ਤੇਰੇ ਕੋਲ ਸਮਾਂ ਹੈ ਬਹਿ ਕੇ ਨਾਮ ਜਪ, ਤੇ ਫਿਰ ਆਪਣੇ ਸਰੀਰ ਨਾਲ ਕਿਸੇ ਦਾ ਭਲਾ ਕਰ, ਆਪਣੇ ਸਰੀਰ ਨਾਲ ਕਿਰਤ ਕਰ, ਨਾਮ ਜਪ ਤੇ ਵੰਡ ਕੇ ਛਕ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਿੱਧੇ ਸ਼ਬਦਾਂ ਵਿੱਚ ਵੀ ਸਮਝਾਇਆ। ਕਹਿੰਦੇ ਜੇ ਜਮੀ ਕੁਛ ਨਹੀਂ ਆਉਂਦਾ ਨਾ ਤੈਨੂੰ, ਤੇ ਇਹ ਤਿੰਨ ਗੱਲਾਂ ਸਮਝ ਲੈ, ਵੀ ਸਵੇਰੇ ਉੱਠ ਕੇ ਉਹਦਾ ਨਾਮ ਜਪਿਆ ਕਰ, ਕਿਉਂਕਿ ਪਾਤਸ਼ਾਹ ਕਹਿੰਦੇ ਆ ਕਦੇ ਗੁਰਬਾਣੀ ਵਿਚਾਰੀ ਹੈ। ਸੱਚੇ ਪਾਤਸ਼ਾਹ ਕਹਿੰਦੇ ਵੀ ਜੀਵ ਨਾਲ ਵੀ ਜਪਣਾ ਹੈ। ਕਈ ਵਾਰੀ ਮਨੁੱਖ ਸੁਣ ਲੈਂਦਾ ਵੀ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ। ਪਾਤਸ਼ਾਹ ਕਹਿੰਦੇ ਆ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਜੀਵ ਨਾਲ ਕਿਹਾ ਨਾ ਇੱਥੇ, ਜਿਹਵਾ ਜਪ ਗੁਰ ਨਾਉ। ਹੁਣ ਜੀਵ ਪਤਾ ਕਿਉਂ ਲਿਖਣਾ ਪਿਆ? ਪਾਤਸ਼ਾਹ ਜੀ ਨੂੰ ਵੀ ਪਤਾ ਹੈ, ਜੇ ਕੱਲਾ ਕਹਤਾ ਵੀ ਨਾਮ ਜਪੋ, ਇਹਨਾਂ ਨੇ ਜਪਣ ਦੇ ਮਾਰਿਆਂ ਨੇ ਨਾਮ ਦੇ ਅਰਥ ਹੀ ਹੋਰ ਕੱਢ ਲੈਣੇ ਆ, ਵੀ ਵਾਹਿਗੁਰੂ ਵਾਹਿਗੁਰੂ ਕਰਨਾ ਤੇ ਕਿਹਾ ਹੀ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਅੰਦਰ ਉਹਦੀ ਆਰਾਧਨਾ ਕਰ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਵੇਖਣਾ, ਅੱਖਾਂ ਨਾਲ ਵੇਖਣਾ। ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ। ਕਹਿੰਦੇ ਕੰਨਾਂ ਨਾਲ ਉਹਦਾ ਨਾਮ ਸੁਣ ਤੇ ਜੀਭ ਨਾਲ ਜਪ। ਅਸਲ ਵਿੱਚ ਇਹ ਧਨ ਅਸੀਂ ਜਮ੍ਹਾਂ ਕਰਨਾ ਵੀ ਸਾਡੇ ਵਾਸਤੇ ਜ਼ਰੂਰੀ ਹੈ। ਇਹ ਧਨ ਜਮ੍ਹਾਂ ਕਰਨ ਵਾਸਤੇ ਆਏ ਹਾਂ। ਮੌਤ ਤੇ ਆਉਣੀ ਆਉਣੀ ਹੈ। ਫਰੀਦ ਸਾਹਿਬ ਕਹਿੰਦੇ ਕੋਈ ਵੀ ਨਹੀਂ ਰੋਕ ਸਕਦਾ। ਬਗਲੇ ਨੂੰ ਸਮੁੰਦਰ ਦੇ ਕਿਨਾਰੇ ਕੁਛ ਨਹੀਂ ਪਤਾ ਸੀ, ਮਸਤ ਸੀ ਆਪਣੇ ਵਾਂਗੂ ਸੰਸਾਰ ਵਿੱਚ। ਫਰੀਦਾ ਦਰਿਆਵੈ ਕੰਨੈ ਬਗਲਾ, ਬੈਠਾ ਕੇਲ ਕਰੇ। ਕੇਲ ਕਰੇਂਦੇ ਹੰਝਨੋਂ ਅਚਿੰਤੇ ਬਾਜ ਪਏ। ਅਚਨ ਚੇਤ ਬਾਜ ਪਏ। ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ। ਕਹਿੰਦੇ ਜਦੋਂ ਬਾਜ ਪੈ ਗਏ ਨਾ, ਸਭ ਕਲੋਲਾਂ ਵਿਸਰ ਗਈਆਂ।
ਇਹ ਵੀ ਜਦੋਂ ਮੌਤ ਦਾ ਨਾਂ ਸੁਣ ਲੈਂਦਾ ਫਿਰ ਇਹਨੂੰ ਕਲੋਲਾਂ ਵਿਸਰ ਜਾਂਦੀਆਂ ਨੇ, ਤਰੇੜੀ ਆਉਣ ਲੱਗ ਜਾਂਦੀ ਹੈ ਸਰੀਰ ਨੂੰ ਮੌਤ ਦਾ ਨਾਂ ਸੁਣ ਕੇ। ਜਦੋਂ ਚੰਗੇ ਭਲੇ ਫਿਰਦੇ ਨੂੰ ਡਾਕਟਰ ਕਈ ਵਾਰੀ ਕਹਿ ਦੇ ਵੀ ਤੇਰੇ ਅੰਦਰ ਤੇ ਬਿਮਾਰੀ ਲੱਗ ਚੁੱਕੀ ਹੈ, ਤੂੰ ਇਦਾਂ ਬਚਤ ਕਰ ਲੈ, ਫਿਰ ਇਹਨੂੰ ਪਤਾ ਲੱਗਦਾ। ਇਹਨੂੰ ਕਹਿੰਦੇ ਆ ਕੇਲਾਂ ਵਿਸਰੀਆਂ, ਫਿਰ ਸਭ ਕਲੋਲਾਂ ਵਿਸਰ ਜਾਂਦੀਆਂ ਨੇ। ਅਚਿੰਤੇ ਬਾਜ ਪਏ ਕੇਲਾਂ ਵਿਸਰੀਆਂ, ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਕਹਿੰਦੇ ਜਿਹੜੀਆਂ ਗੱਲਾਂ ਚਿੱਤ ਚੇਤੇ ਵੀ ਨਹੀਂ ਹੁੰਦੀਆਂ ਕਈ ਵਾਰੀ ਉਹ ਵਾਪਰ ਜਾਂਦੀਆਂ, ਆਪਾਂ ਕਹਿੰਦੇ ਸੋਚਿਆ ਵੀ ਨਹੀਂ ਸੀ ਕਦੇ। ਬਜ਼ੁਰਗ ਨੂੰ ਵੀ ਕਹਿ ਦਿੰਦੇ ਆ ਵੀ ਅਜੇ ਤੇ ਪਤਾ ਹੀ ਨਹੀਂ ਸੀ ਵੀ ਮਾਤਾ ਜੀ ਇਦਾਂ ਚਲੇ ਜਾਣਗੇ, ਅਜੇ ਤੇ ਪਤਾ ਹੀ ਨਹੀਂ ਸੀ ਕੋਈ। ਆਪਾਂ ਕਹਿੰਦੇ ਆ ਕੋਈ ਵੀ ਕਈ ਵਾਰੀ ਪਰਿਵਾਰਕ ਮੈਂਬਰ ਚਲਿਆ ਜਾਂਦਾ, ਆਪਾਂ ਕਹਿੰਦੇ ਕੋਈ ਪਤਾ ਹੀ ਨਹੀਂ, ਚੇਤੇ ਹੀ ਨਹੀਂ ਸੀ ਗੱਲ। ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ, ਸਾਡੇ ਤ੍ਰੈ ਮਨ ਦਿਉਰੀ ਚੱਲੈ ਪਾਣੀ ਅੰਨ। ਦੇਹ ਦਾ ਜ਼ਿਕਰ ਕਰਦੇ ਆ, ਬੇਟ ਦਾ ਜ਼ਿਕਰ ਕਰਦੇ। ਸਾਡੇ ਤ੍ਰੈ ਮਨ ਦਿਉਰੀ ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਬੱਤ ਅਸੂਣੀ ਬੰਨ। ਕਹਿੰਦੇ ਆਸਾਂ ਦੀ ਪੰਡ ਲੈ ਕੇ ਮਨੁੱਖ ਸੰਸਾਰ ਤੇ ਆਉਂਦਾ, ਬੜੀਆਂ ਆਸਾਂ ਲੱਗੀਆਂ ਹੁੰਦੀਆਂ, ਭੁੱਲਿਆ ਹੁੰਦਾ ਰੱਬ ਨੂੰ, ਚੇਤੇ ਨਹੀਂ ਆਉਂਦਾ ਸੰਸਾਰ ਵਿੱਚ। ਜਿਵੇਂ ਬਾਜ਼ਾਰ ਵਿੱਚ ਕੋਈ ਚੀਜ਼ ਲੈਣ ਜਾਈਏ ਤੇ ਸਜੀਆਂ ਦੁਕਾਨਾਂ ਵੇਖ ਕੇ ਉਹ ਚੀਜ਼ ਭੁੱਲੀ ਜਾਈਏ ਜਿਹੜੀ ਲੈਣ ਵਾਸਤੇ ਆਏ ਆ, ਉਹ ਹਾਲਤ ਸਾਡੀ ਹੈ। ਇਸ ਕਰਕੇ ਸਤਿਗੁਰੂ ਜੀ ਚੇਤੇ ਕਰਾਉਂਦੇ ਆ ਵੀ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਵਿਹਾਤ ਹੈ ਫੂਟੈ ਘਟ ਜੋ ਪਾਣੀ। ਕਹਿੰਦੇ ਜਿਵੇਂ ਫੁੱਟੇ ਹੋਏ ਘੜੇ ਦਾ ਪਾਣੀ ਥੋੜਾ ਥੋੜਾ ਕਰਕੇ ਨਿਕਲਦਾ ਜਾਂਦਾ ਹੈ, ਗੁਰਮੁਖਾ ਤੇਰੇ ਸਵਾਸ ਏਦਾਂ ਨਿਕਲਦੇ ਤੁਰੇ ਜਾਂਦੇ ਆ। ਥੋੜੀ ਜਿਹੀ ਗੌਰ ਕਰ ਕਿ ਤੂੰ ਕਾਹਦੇ ਵਾਸਤੇ ਆਇਆ। ਛਿਨ ਛਿਨ ਔਧ ਵਿਹਾਤ ਹੈ ਫੂਟੈ ਘਟ ਜੋ ਪਾਣੀ, ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ, ਝੂਠੇ ਲਾਲਚ ਲਾਗ ਕੈ ਨਹਿ ਮਰਨ ਪਛਾਨਾ। ਕਹਿੰਦੇ ਝੂਠੇ ਲਾਲਚ ਵਿੱਚ ਲੱਗ ਕੇ ਬੰਦਾ ਕਈ ਵਾਰੀ ਮਰਨਾ ਭੁੱਲ ਜਾਂਦਾ ਹੈ। ਕੀ ਕਹਿੰਦੇ ਆ ਪਾਤਸ਼ਾਹ, ਨਹੀਂਓ ਮਰਨ ਪਛਾਣਦਾ ਝੂਠੇ ਲਾਲਚ ਲੱਗ ਕੇ ਬੰਦਾ, ਨਹੀਂਓ ਮਰਨ ਪਛਾਣਦਾ ਝੂਠੇ ਲਾਲਚ ਲੱਗ ਕੇ ਬੰਦਾ।
ਪਾਤਸ਼ਾਹ ਕਹਿੰਦੇ ਪਰ ਸੰਸਾਰ ਦੇ ਰੰਗ ਦੇ ਅੰਦਰ ਗੁਰੂ ਦੇ ਗਿਆਨ ਤੋਂ ਬਿਨਾ ਬੰਦਾ ਭੁੱਲ ਜਾਂਦਾ ਹੈ ਪਰਮਾਤਮਾ ਨੂੰ। ਗੁਰੂ ਕਾਹਦੇ ਲਈ ਹੈ ਜੀ? ਗੁਰੂ ਚੇਤੇ ਕਰਾਉਣ ਲਈ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਉਂ ਪੜ੍ਹਨਾ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਉਂ ਪੜ੍ਹਨੀ ਹੈ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਰਵਾਂਗੇ ਤਾਂ ਸਾਨੂੰ ਚੇਤੇ ਰਵੇਗੀ ਮੌਤ, ਮਰਨਾ ਚੇਤੇ ਹੈ। ਗੁਰੂ ਇਹ ਦੱਸਦਾ ਹੈ ਵੀ ਸੰਸਾਰ ਕੀ ਹੈ, ਨਿਰੰਕਾਰ ਕੀ ਹੈ, ਦੁਨੀਆ ਤੇ ਕਾਹਦੇ ਲਈ ਆਇਆ, ਤੈਨੂੰ ਕੀ ਕਰਨਾ ਚਾਹੀਦਾ। ਗੁਰਬਾਣੀ ਪੜ੍ਹਨ ਦਾ ਇਹ ਫਾਇਦਾ ਹੈ। ਗੁਰਬਾਣੀ ਤੋਂ ਬਿਨਾ ਬੰਦਾ ਹੋਰ ਭਟਕਣਾ ਵਿੱਚ ਪੈ ਕੇ ਜਿਹੜਾ ਕੰਮ ਕਰਨ ਲਈ ਆਇਆ ਉਹ ਭੁੱਲ ਜਾਂਦਾ ਹੈ। ਗੁਰੂ ਦੇ ਗਿਆਨ ਤੋਂ ਬਿਨਾ ਤਾਂ ਇਹਨੂੰ ਇਹ ਵੀ ਲੱਗਣ ਲੱਗ ਜਾਂਦਾ ਵੀ ਸ਼ਾਇਦ ਐਵੇਂ ਬਣਾਈਆਂ ਹੋਈਆਂ ਗੱਲਾਂ ਹੈ, ਇਹ ਗੱਲਾਂ ਤਾਂ ਭੋਗਾਂ ਤੇ ਕਰਨ ਵਾਸਤੇ ਹੁੰਦੀਆਂ ਨਹੀਂ। ਇਹ ਤਾਂ ਨਿਰੋਲ ਸੱਚ ਹੈ ਗੁਰਬਾਣੀ, ਇਹ ਤਾਂ ਅਸਲੀ ਸੱਚ ਹੈ। ਇਹ ਗੱਲਾਂ ਤਾਂ ਸਾਨੂੰ ਖੁਸ਼ੀਆਂ ਚੋਂ ਨਹੀਂ ਮਿਲਦੀਆਂ, ਇਹ ਗੱਲਾਂ ਸਾਨੂੰ ਵਿਆਹਾਂ ਚੋਂ ਵੀ ਨਹੀਂ ਮਿਲਦੀਆਂ। ਜਿਹੜੇ ਸੱਚ ਨੇ ਤਾਰਨਾ ਇਹ ਤੇ ਪੜ੍ਹਦੀ ਸਦਾ ਪੜ੍ਹਨੀ ਚਾਹੀਦੀ ਹੈ ਬਾਣੀ ਤੇ ਸਾਨੂੰ, ਕੇਵਲ ਭੋਗ ਤੇ ਨਹੀਂ, ਜਾਂ ਕੋਈ ਪ੍ਰਾਣੀ ਸਾਥ ਛੱਡ ਜੇ ਉਦੋਂ ਨਹੀਂ। ਬਾਣੀ ਦਾ ਗਿਆਨ ਤਾਂ ਤੂੰ ਸਦਾ ਲੈਂਦਾ ਰਹਿ। ਐਸੇ ਗੁਰੂ ਤੋਂ ਤਾਂ ਬਲਿਹਾਰ ਜਾਣਾ ਚਾਹੀਦਾ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕਹਿੰਦੇ ਦੇਵਤਿਆਂ ਵਰਗਾ ਜੀਵਨ ਬਣਾ ਦੇਣਾ ਤੇਰਾ। ਕਿਤੇ ਬਾਣੀ ਨੂੰ ਵਿਚਾਰਨਾ ਸ਼ੁਰੂ ਕਰਦੇ, ਵਿਚਾਰੇ ਤੋਂ ਬਿਨਾਂ ਤੇ ਪਤਾ ਹੀ ਨਹੀਂ ਲੱਗਦਾ। ਦੁਨੀਆ ਦੇ ਲੋਕਾਂ ਨੂੰ 50-50 ਸਾਲ ਹੋ ਗਏ ਮੱਥਾ ਟੇਕਦਿਆਂ ਨੂੰ, ਨਹੀਂ ਪਤਾ ਲੱਗਿਆ ਕਿ ਜਪਜੀ ਸਾਹਿਬ ਕੀ ਕਹਿੰਦਾ ਹੈ, ਨਹੀਂ ਪਤਾ ਲੱਗਿਆ ਕਿ ਜਾਪ ਸਾਹਿਬ ਵਿੱਚ ਕੀ ਲਿਖਿਆ, ਨਹੀਂ ਪਤਾ ਲੱਗਿਆ ਕੀ ਕਹਿੰਦੀ ਹੈ ਗੁਰਬਾਣੀ। ਵਿਚਾਰ ਨਾਲ ਜੁੜਨਾ ਪਏਗਾ ਗੁਰਬਾਣੀ ਦੇ ਦਰਸ਼ਨ ਕਰਨ ਵਾਸਤੇ, ਗੁਰੂ ਦੇ ਦਰਸ਼ਨ ਕਰਨ ਵਾਸਤੇ। ਜਦੋਂ ਇਦਾਂ ਪੜ੍ਹੇਗਾ ਨਾ ਵੀ ਪੜ੍ਹ ਰਿਹਾ ਸ਼ਲੋਕ ਮਹੱਲਾ 5ਵਾਂ, ਵੀ ਹੁਣ ਮੈਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਪੜ੍ਹ ਰਿਹਾ, ਬਾਹਰ ਜਾਓ ਗੁਰ ਆਪਣੇ ਉੱਪਰ। ਸੱਚੇ ਪਾਤਸ਼ਾਹ ਕਹਿੰਦੇ ਐਸੇ ਗੁਰੂ ਤੋਂ ਬਲਿਹਾਰ ਜਾ, ਜਿਨੇ ਸਿੱਧਾ ਮਾਰਗ ਦਿਖਾਇਆ, ਜਿਨੇ ਤੈਨੂੰ ਸਿੱਧਾ ਰਸਤਾ ਦੱਸਣਾ। ਦੁਨੀਆ ਤੇਰੇ ਜਨਮ ਤੋਂ ਲੈ ਕੇ ਮੌਤ ਤੱਕ ਤੈਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਦੱਸ ਦੇਣਾ ਗੁਰੂ ਨੇ। ਨਹੀਂ ਜਾਣਾ ਤੇ ਹੈ ਹੀ ਇੱਕ ਦਿਨ, ਕੋਈ ਨਹੀਂ ਰੋਕ ਸਕਦਾ ਮੌਤ ਤੇ ਟੱਲ ਸਚਾਈ ਹੈ, ਕੋਈ ਵੀ ਨਹੀਂ ਰਿਹਾ। ਇਹ ਤੇ ਆਪਾਂ ਰੋਜ਼ ਪੜ੍ਹਦੇ ਹਾਂ ਤੇ ਵੇਖਦੇ ਵੀ ਹਾਂ, ਇਹ ਤਾਂ ਪ੍ਰੈਕਟੀਕਲ ਵੀ ਹੈ। ਰੋਜ਼ ਜੰਮਦੇ ਵੇਖਦੇ ਹਾਂ, ਰੋਜ਼ ਮਰਦੇ ਵੇਖਦੇ ਹਾਂ, ਰੋਜ਼ ਆਉਂਦੇ ਆ ਤੇ ਰੋਜ਼ ਜਾਂਦੇ ਆ। ਜੰਮਣ ਮਰਨਾ ਹੁਕਮ ਹੈ, ਭਾਣਾ ਆਵੇ ਜਾਏ। ਜੰਮਣਾ ਤੇ ਮਰਨਾ ਤਾਂ ਉਹਦਾ ਹੁਕਮ ਹੈ। ਜਨਮ ਤੋਂ ਲੈ ਕੇ ਮੌਤ ਦੇ ਵਿਚਾਲੇ ਜਿਹੜੀ ਜ਼ਿੰਦਗੀ ਆ, ਉਹਦੇ ਵਿੱਚ ਤੂੰ ਕੀ ਕਰਨਾ ਰਹਿ ਕੇ, ਇਹ ਗੁਰੂ ਦੱਸਦਾ ਗੁਰਮੁਖੋ। ਬੰਦਾ ਬੜੀਆਂ ਆਸਾਂ ਲੈ ਕੇ ਆਉਂਦਾ। ਫਰੀਦ ਸਾਹਿਬ ਜੀ ਦੇ ਵਚਨ ਪੜ੍ਹ ਰਹੇ ਸੀ, ਆਇਓ ਬੰਦਾ ਦੁਨੀ ਵਿੱਚ ਬੱਤ ਅਸੂਣੀ ਬਨ, ਪਰ ਕਹਿੰਦੇ ਜਦੋਂ ਸਮਾਂ ਆ ਗਿਆ ਉਦੋਂ ਜਾਣਾ ਹੀ ਪੈਣਾ। ਮੌਤ ਨੇ ਹਰ ਦਰਵਾਜ਼ਾ ਤੋੜਨਾ, ਮਲਕਲ ਮੌਤ ਜਾ ਆਵਸੀ ਸਭ ਦਰਵਾਜ਼ੇ ਭੰਨ। ਜਦੋਂ ਸਮਾਂ ਆ ਗਿਆ, ਜਿੰਨੇ ਮਰਜ਼ੀ ਤੇਰੇ ਮੰਗਰ ਲੋਕ ਹੋਣ, ਜਿੰਨੀ ਮਰਜ਼ੀ ਤੇਰੇ ਕੋਲ ਮਾਇਆ ਹੋਵੇ, ਜਿੰਨੀ ਮਰਜ਼ੀ ਤੇਰੇ ਸਰੀਰ ਵਿੱਚ ਤਾਕਤ ਹੈ, ਜਿੰਨਾ ਮਰਜ਼ੀ ਤੇਰੇ ਵਿੱਚ ਬਲ ਹੈ, ਜਦੋਂ ਤੇਰਾ ਸਮਾਂ ਆ ਗਿਆ ਉਦੋਂ ਕੁਝ ਵੀ ਕੰਮ ਨਹੀਂ ਕਰਨਾ। ਇਸ ਕਰਕੇ ਉਹਨੂੰ ਚੇਤੇ ਰੱਖਿਆ ਕਰ। ਸੱਚੇ ਪਾਤਸ਼ਾਹ ਕਹਿੰਦੇ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਰਨਾ ਗੁਰ ਨਾਉ। ਜੀਵ ਨਾਲ ਵੀ ਜਪਣਾ ਹੈ ਤੇ ਸਰੀਰ ਨਾਲ ਚੰਗੇ ਕੰਮ ਵੀ ਕਰਨੇ ਆ, ਦੁਨੀਆ ਦਾ ਭਲਾ ਵੀ ਕਰਨਾ ਹੈ। ਇਹ ਨਹੀਂ ਵੀ ਨਾਮ ਜਪਣਾ ਨਹੀਂ। ਪਰ ਜੀ ਕਹਿੰਦੇ ਤੇਰੇ ਕੋਲ ਸਮਾਂ ਨਹੀਂ, ਤੂੰ ਅੰਮ੍ਰਿਤ ਵੇਲੇ ਹੀ ਕਿਤੇ ਗੁਰੂ ਨੂੰ ਦੇ ਦੇ। ਫਿਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ। ਕੀ ਇਹੋ ਜਿਹਾ ਅੱਗੇ ਰੱਖਾਂ ਸੱਚੇ ਪਾਤਸ਼ਾਹ, ਤੇਰੇ ਦਰਬਾਰ ਦੀ ਝਲਕ ਪਵੇ, ਕਿਤੇ ਤੇਰੇ ਚਰਨਾਂ ਵਿੱਚ ਹਾਜ਼ਰੀ ਲੱਗ ਜਾਏ। ਜਿਤ ਦਿਸੈ ਦਰਬਾਰ, ਮਹੌ ਕੇ ਬੋਲਣ ਬੋਲੀ ਹੈ ਜਿਤ ਸੁਣ ਤਰੇ ਪਿਆਰ। ਕੀ ਮੈਂ ਇਹੋ ਜਿਹਾ ਮੂੰਹ ਵਿੱਚੋਂ ਬੋਲਾਂ ਕਿ ਤੇਰੇ ਨਾਲ ਪ੍ਰੀਤ ਬਣ ਜਾਏ। ਪਾਤਸ਼ਾਹ ਕਹਿੰਦੇ ਇਹ ਕੰਮ ਕਰਿਆ ਕਰ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਕਿਤੇ ਅੰਮ੍ਰਿਤ ਵੇਲੇ ਹੀ ਸੱਚ ਦੀ ਵਿਚਾਰ ਕਰ ਲਿਆ ਕਰ, ਉਹਦੀਆਂ ਵਡਿਆਈਆਂ ਦੀ, ਉਹਦੇ ਗੁਣਾਂ ਨੂੰ ਪੜ੍ਹ ਲਿਆ ਕਰ, ਤੇਰੇ ਵਿੱਚ ਗੁਣ ਆ ਜਾਣਗੇ। ਉਹ
जो पातशाह विच लिखे है, मत विच रतन जवाहर माणिक, जे एक गुर की सिख सुनी। तेरी मत विच इहो जे विचार आ जाने आ, महंगे लालां वर्गे, माणक हीरियां जवाहरातां वर्गे तेरे विचार बन जाणगे। ऐसा मनुख बन जाएगा कि दुनिया ते भला करके जाएगा। जाना ते है ही, तेरियां अखां दा दरवाजा, तेरी नासका दा दरवाजा, जिन्ने मर्जी तेरे कोल कोट उसारे हुए ने, हर दरवाजा मौत ने तोड़ना। मलकल मौत जा आवसी सब दरवाजे भन्न, तिना प्यारियां भाइयां अग्गे दिता बन। वेखो बंदा चलिया चौं जणियां दे कन फरीदा, अमल जे कीते दुनी विच से दरगह आए कम। कम की आना जी? चंगे अमल कीते, चंगे काम कीते हुए कम आने, दुनिया का भला किया। जिन्ना कुछ चिर शरीर मिलिया, हुण ते समय बहुत थोड़ा है गुरमुखो। ये भी नहीं सोच सकते कि शायद 115-20 साल की उम्र जिउ जाएंगे, उम्रां भी छोटियां हो गई। बड़ा थोड़ा समय, इनू सफला करन दा समय है। ਜਿਹੜੀਆਂ ਅਸੀਂ नौकरियां करते हैं, बिजनेस करते हैं, काम कार करते हैं, तो पेट पूर्ति लई है, ये तो बच्चे पालन लई है, ये तो अपना एक संसारक निर्वाह करने वास्ते है। निर्वाह कर, ताई महाराज कहते कर सुकिरत धर्म कमाया, भी सच्ची किरत करके वो रब नाल जुड़ के रह ते जीवन सफला कर लेगा। कम आउणगे तेरे गुरु की हजूरी विच, गुरु की दरगाह विच। की कहंदे आ पातशाह, चंगे अमल कमा लै मना मेरा, दरगाह च कम आउणगे। अमल कमा लै मना मेरा, दरगाह च कम
ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਸੇ ਦਰਗਹ ਆਏ ਕੰਮ। ਜਿਹੜੇ ਚੰਗੇ ਕੰਮ ਕੀਤੇ ਆ, ਬੰਦਾ ਜਿਉਂਦਾ ਕਿਵੇਂ ਰਹਿੰਦਾ ਸੰਸਾਰ ਤੇ, ਹੁਣ ਸਰੀਰ ਤੇ ਸਭ ਦਾ ਜਾਣਾ ਹੈ। ਜਿਉਂਦੇ ਉਹ ਰਹਿੰਦੇ ਆ ਜਿਹੜੇ ਕੁਝ ਚੰਗਾ ਕਰ ਜਾਂਦੇ ਆ, ਦੇਸ਼ ਲਈ, ਕੌਮ ਲਈ, ਦੁਨੀਆ ਲਈ, ਨਾਮ ਜਪ ਕੇ। ਤੁਸੀਂ ਯਾਦ ਕਦੇ ਅਮੀਰ ਬੰਦੇ ਦੀ ਮਨਾਉਂਦਾ ਵੇਖਿਆ ਕੋਈ ਵੀ? ਇੱਥੇ ਮੇਲਾ ਲੱਗਿਆ ਉਹਦੀ ਯਾਦ ਵਿੱਚ ਤੇ ਬਹੁਤ ਅਮੀਰ ਬੰਦਾ ਗਿਆ ਦੁਨੀਆ ਦਾ, ਜੇ ਕਿਤੇ ਮਨਾਈ ਜਾਂਦੀ ਆ ਤਾਂ ਕਹਿੰਦੇ ਵੀ ਇਹਨੇ ਦੇਸ਼ ਕੌਮ ਲਈ ਕੁਛ ਕੀਤਾ, ਇਹਨੇ ਦੁਨੀਆ ਨੂੰ ਸਿੱਧੇ ਰਾਹ ਪਾਇਆ, ਜਾਂ ਸਾਧੂ ਹੋਇਆ ਇਹਨਾਂ ਨੇ ਦੁਨੀਆ ਨੂੰ ਨਾਮ ਜਪਾਇਆ, ਉਹਨਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ। ਪਰ ਅਸੀਂ ਪ੍ਰਵਾਨ ਹੀ ਹੋ ਜਾਈਏ ਇੰਨੀ ਬਹੁਤ ਹੈ। ਇਹ ਵਡਿਆਈ ਦੀ ਵੀ ਇੱਛਾ ਨਹੀਂ ਹੋਣੀ ਚਾਹੀਦੀ ਵੀ ਆਪਾਂ ਨੂੰ ਕੋਈ ਚਾਹਵੇ, ਆਪਣੀ ਵਾਹ ਵਾਹ ਹੋਵੇ, ਆਪਾਂ ਨੂੰ ਕੋਈ ਪੂਜੇ, ਇਹ ਵੀ ਇੱਛਾ ਨਹੀਂ ਚਾਹੀਦੀ। ਬਸ ਅਸੀਂ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਤੱਕ ਔਗਣਾਂ ਦੇ ਭਰੇ ਹੋਏ ਆ, ਅਸੀਂ ਖੁਦ ਹੀ ਬਖਸ਼ੀ ਜਾਈਏ ਤੇ ਬਹੁਤ ਵੱਡੀ ਗੱਲ। ਅਸੀਂ ਆਪ ਹੀ ਤਰ ਜੀਏ, ਕਿਸੇ ਨੂੰ ਕੀ ਤਾਰਾਂਗੇ, ਬਹੁਤ ਵੱਡੀ ਗੱਲ ਹੈ ਇਹ। ਦੁਨੀਆ ਤੇ ਕਾਹਦੇ ਲਈ? ਆਪਾਂ ਕਿਹੜੇ ਸ਼ਬਦ ਪੜ੍ਹੇ ਆ ਜੀ ਵੀ ਮੌਤ ਨੂੰ ਤੇ ਕੋਈ ਰੋਕ ਨਹੀਂ ਸਕਦਾ, ਇਹ ਤਾਂ ਆਉਣੀ ਆਉਣੀ ਆ। ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ। ਹੁਣ ਆਪਾਂ ਕਰਨਾ ਕੀ ਹੈ? ਹੁਣ ਇਹ ਪੁੱਛੀਏ ਗੁਰੂ ਤੋਂ ਵੀ ਪਾਤਸ਼ਾਹ ਕਰਨਾ ਕੀ ਹੈ? ਸੁਣਦੇ ਤੇ ਰੋਜ਼ ਆ ਗੁਰਦੁਆਰਾ ਸਾਹਿਬ ਚੋਂ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਸੱਚੇ ਪਾਤਸ਼ਾਹ ਕਹਿੰਦੇ ਗੋਬਿੰਦ ਨੂੰ ਮਿਲਣ ਦੀ ਵਾਰੀ ਹੈ। ਰੋਜ਼ ਬਾਬਾ ਜੀ ਗੁਰਦੁਆਰਾ ਸਾਹਿਬ ਚ ਪੜ੍ਹਦੇ ਆ, ਕਿਤੇ ਧਿਆਨ ਦੇ ਦੀਏ। ਗੁਰੂ ਤੇ ਰੋਜ਼ ਸਵੇਰੇ ਆਵਾਜ਼ ਮਾਰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਰੋਜ਼ ਆਵਾਜ਼ ਮਾਰਦੇ ਆ। ਆਪ ਜੀ ਵੱਖ ਵੱਖ ਪਿੰਡਾਂ ਵਿੱਚੋਂ ਆਇਓ, ਗੁਰਦੁਆਰੇ ਚੋਂ ਰੋਜ਼ ਆਵਾਜ਼ ਆਉਂਦੀ ਆ। ਗੁਰੂ ਗ੍ਰੰਥ ਸਾਹਿਬ ਜੀ ਆਵਾਜ਼ ਮਾਰਦੇ ਆ, ਕੀ ਕਹਿੰਦੇ ਆ? ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਕੀ ਸੱਦਦਾ ਨਹੀਂ ਗੁਰੂ ਆਪਾਂ ਨੂੰ? ਪਰ ਅਸੀਂ ਸੁਣੀਏ। ਸਾਨੂੰ ਇਹ ਤੇ ਜ਼ਰੂਰ ਪਤਾ ਹੁੰਦਾ ਵੀ ਪਾਠੀ ਸਿੰਘ ਪੜ੍ਹ ਰਿਹਾ, ਬਸ ਇਹ ਨਹੀਂ ਪਤਾ ਹੁੰਦਾ ਵੀ ਕੀ ਪੜ੍ਹ ਰਿਹਾ। ਜੇ ਕਿਤੇ ਗੌਰ ਨਾਲ ਸੁਣਾਂਗੇ ਨਾ ਫਿਰ ਪਤਾ ਲੱਗੇ। ਬੜੇ ਖੰਡ ਪਾਠ ਲੰਘ ਗਏ ਆ ਸਾਡੇ ਦਿਮਾਗ ਵਿੱਚ ਦੀ ਗੁਰਮੁਖੋ, ਬੜੇ ਸਹਿਜ ਪਾਠ ਸੁਣ ਲਏ ਆ। ਕਿਤੇ ਧਿਆਨ ਨਾਲ ਸੁਣ ਲੈ ਨਾ ਤਾਂ ਤੇਰਾ ਇੱਕ ਸ਼ਬਦ ਨਹੀਂ ਜੀਵਨ ਬਦਲ ਦੇਣਾ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਇੱਕ ਸ਼ਬਦ ਵੀ ਕਿਤੇ ਵਸ ਗਿਆ ਨਾ ਬਾਣੀ ਦਾ, ਤੇਰਾ ਜੀਵਨ ਬਣਾ ਦੇਣਾ, ਤੇਰੇ ਬੱਚਿਆਂ ਦਾ ਜੀਵਨ ਬਣਾ ਦੇਣਾ। ਕਿਤੇ ਤੂੰ ਗੁਟਕਾ ਸਾਹਿਬ ਦੇ ਤਾਂ ਸਹੀ ਬੱਚਿਆਂ ਦੇ ਹੱਥ ਵਿੱਚ, ਤੈਨੂੰ ਸਮਝਾਉਣ ਦੀ ਲੋੜ ਨਹੀਂ ਪਏਗੀ, ਗੁਰੂ ਆਪੇ ਸਮਝਾ ਦੇਗਾ। ਆਖੋ ਸਤਿਨਾਮ। ਇਹ ਕਹਿੰਦਾ ਮੇਰੇ ਬੱਚੇ ਬਾਹਰ ਪੜ੍ਹਦੇ ਆ, ਮੈਂ ਫੋਨ ਕਰਕੇ ਪੁੱਛਦਾ ਬੇਟਾ ਮਾਹੌਲ ਖਰਾਬ ਹੈ, ਧਿਆਨ ਰੱਖੀ। ਤੈਨੂੰ ਸਮਝਾਉਣ ਦੀ ਲੋੜ ਨਹੀਂ ਪਏਗੀ, ਤੂੰ ਨਾਲ ਨਾਲ ਜਿੱਥੇ ਡਿਗਰੀਆਂ ਕਰਾਉਣਾ, PhD ਕਰਾਉਣਾ, BA ਕਰਾਉਣਾ, B.Ed ਕਰਾਉਣਾ, ਕਿਤੇ ਨਾਲ ਨਾਲ ਥੋੜੀ ਜਿਹੀ ਬਾਣੀ ਵੀ ਪੜ੍ਹਾ ਦਿਆ ਕਰ। ਕਿਤੇ ਜਪਜੀ ਸਾਹਿਬ ਕਿਹਾ ਨਹੀਂ ਹੋਣਾ ਆਪਣੇ ਬੱਚੇ ਨੂੰ ਵੀ ਬੇਟਾ ਗੁਰੂ ਨਾਨਕ ਦੀ ਬਾਣੀ ਵੀ ਪੜ੍ਹ ਲਿਆ ਕਰ ਕਦੇ। ਧੀਏ ਗੁਰੂ ਨਾਨਕ ਦੀ ਬਾਣੀ ਵੀ ਪੜ੍ਹਿਆ ਕਰ ਅੰਮ੍ਰਿਤ ਵੇਲੇ ਉੱਠ ਕੇ। ਗੁਰਮੁਖੋ ਟਾਹਣੀਆਂ ਮੁੜ ਜਾਂਦੀਆਂ ਨੇ, ਭਾਵੇਂ ਟੋਕਰੀ ਬਣਾ ਲਈਏ ਟਾਹਣ ਨਹੀਂ ਮੁੜਿਆ ਕਰਦੇ। ਬੱਚੇ ਟਾਹਣੀਆਂ ਨੇ, ਜਿੱਧਰ ਮਰਜ਼ੀ ਮੋੜ ਲਈਏ। ਫਿਰ ਕਹਿੰਦੇ ਆ ਜੀ ਬੋਲਿਆ ਕਰੋ, ਮਾਤਾ ਪਿਤਾ ਦਾ ਸਤਿਕਾਰ ਨਹੀਂ ਕਰਦੇ ਬੱਚੇ। ਗਿਆਨ ਹੀ ਨਹੀਂ ਦਿੱਤਾ, ਅੰਦਰ ਦਇਆ ਨਹੀਂ ਹੈ, ਅੰਦਰ ਧਰਮ ਨਹੀਂ ਹੈ ਬੱਚਿਆਂ ਦੇ। ਕੇਵਲ ਦੁਨਿਆਵੀ ਪੜ੍ਹਾਈ ਹੈ, ਪੜ੍ਹਨੀ ਚਾਹੀਦੀ ਹੈ। ਉੱਚਾ ਉੱਠੇ ਬੰਦਾ ਆਪਣੀ ਜ਼ਿੰਦਗੀ ਵਿੱਚ, ਆਪਣੀ ਜ਼ਿੰਦਗੀ ਸੋਹਣੀ ਜਿਉਣੀ ਹੈ। ਪੜ੍ਹਾਈ ਕਰੇ, ਇਹ ਨਹੀਂ ਵੀ ਪੜ੍ਹਾਈ ਨਹੀਂ ਕਰਨੀ। ਇਹ ਥੋੜਾ ਵੀ ਕੇਵਲ ਪੇਟ ਪੂਰਤੀ ਨਾਲ ਹੀ ਜੁੜ ਗਿਆ ਤੇ ਰੱਬ ਦਾ ਨਾਂ ਹੀ ਨਾ ਲਿਆ, ਆਪਣੇ ਭਰਾਵਾਂ ਨੂੰ ਭੁੱਲ ਗਿਆ, ਆਪਣੇ ਮਾਤਾ ਪਿਤਾ ਨੂੰ ਭੁੱਲ ਗਿਆ। ਮਾਂ ਦਾ ਸਤਿਕਾਰ ਨਹੀਂ, ਪਿਓ ਦਾ ਸਤਿਕਾਰ ਨਹੀਂ, ਪਰਿਵਾਰ ਦਾ ਸਤਿਕਾਰ ਨਹੀਂ। ਕਾਹਦੀ ਜ਼ਿੰਦਗੀ ਹੈ? ਗੁਰੂ ਤੇ ਸਵਰਗ ਬਣਾਉਂਦਾ ਜ਼ਿੰਦਗੀ, ਸਵਰਗ।
ਤੇਰਾ ਘਰ ਸੱਚਖੰਡ ਬਣ ਜਾਏਗਾ। ਕਿਤੇ ਤੂੰ ਬਾਣੀ ਨੂੰ ਘਰ ਵਿੱਚ ਵਿਚਾਰ, ਕਿਸੇ ਜਰੀਏ ਵਿਚਾਰ। ਬੜੇ ਢੰਗ ਨੇ ਅੱਜ ਬਾਣੀ ਸੁਣਨ ਦੇ, ਬੜੇ ਜਰੀਏ ਨੇ ਬਾਣੀ ਸੁਣਨ ਦੇ। ਘਰ ਵਿੱਚ ਟੇਪ ਲਾ, ਕੰਪਿਊਟਰ ਰਾਹੀਂ ਸੁਣ, ਤੂੰ ਲੈਪਟਾਪ ਰਾਹੀਂ ਸੁਣ ਸਕਦਾ, ਤੂੰ ਜਿਹੜੇ ਮਰਜ਼ੀ ਤਰੀਕੇ ਨਾਲ। ਇਹ ਆਪਣੇ ਦਫ਼ਤਰ ਵਿੱਚ ਬੈਠਾ ਨਾ ਕੰਪਿਊਟਰ ਨਾਲ ਆਥਣ ਨੂੰ ਅਗਰੀ ਦਾ ਕੰਮ ਕਰ ਸਿੱਟਦਾ ਆ, ਪਰ ਦੋ ਸ਼ਬਦ ਬਾਣੀ ਦੇ ਨਹੀਂ ਵਿਚਾਰਦਾ। ਕਿਤੇ ਬਾਣੀ ਵੀ ਸਰਚ ਕਰ ਲਿਆ ਕਰ, ਕਿਤੇ ਪੜ੍ਹ ਲਿਆ ਕਰ, ਮਰਜ਼ਾਦਾ ਨਾਲ ਸਿਰ ਢੱਕ ਕੇ, ਜੁੱਤੇ ਉਤਾਰ ਕੇ ਗੁਰਬਾਣੀ ਦੇ ਸ਼ਬਦ ਪੜ੍ਹ ਲਿਆ ਕਰ, ਕਿਤੇ ਗੁਰਬਾਣੀ ਦੇ ਸ਼ਬਦ ਵਿਚਾਰ ਲਿਆ ਕਰ। ਬੜਾ ਜ਼ਰੂਰੀ ਹੈ ਜ਼ਿੰਦਗੀ ਵਿੱਚ। 5 ਮਿੰਟ ਵੀ ਨਾਮ ਜਮ੍ਹਾਂ ਕਰ ਲੈ ਕਿਤੇ ਰੋਜ਼। ਦੂਜੇ ਦਿਨ 10 ਮਿੰਟ ਹੋ ਜਾਣਗੇ, ਤੀਜੇ ਦਿਨ 15 ਮਿੰਟ ਹੋ ਜਾਣਗੇ, ਚੌਥੇ ਦਿਨ 20 ਮਿੰਟ ਹੋ ਜਾਣਗੇ, ਪੰਜਵੇਂ ਦਿਨ 25 ਮਿੰਟ ਹੋ ਜਾਣਗੇ। ਕਿਤੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਧਨ ਵੀ ਜਮ੍ਹਾਂ ਕਰ ਲਿਆ ਕਰ। ਰਹਿਰਾਸ ਰਸਤੇ ਦੀ ਪੂੰਜੀ ਜ਼ਰੂਰੀ ਹੈ। ਮਨੁੱਖ ਦੇ ਨਾਲ ਜਾਣ ਵਾਲੀ ਚੀਜ਼ ਕੀ ਹੈ ਜੀ? ਕੇਵਲ ਨਾਮ ਹੈ, ਬਾਕੀ ਸਭ ਕੁਝ ਇੱਥੇ ਰਹਿ ਜਾਂਦਾ। ਇਹ ਵੀ ਪਾਤਸ਼ਾਹ ਕਹਿੰਦੇ ਆ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਪਾਤਸ਼ਾਹ ਕਹਿੰਦੇ ਆ ਵੀ ਕੀ ਸੰਗ ਸਹਾਈ ਹੈ? ਨਾਮ ਤੇਰੇ ਊਹਾ, ਉੱਥੇ ਤੇਰਾ ਨਾਮ, ਇੱਥੇ ਵੀ ਨਾਮ ਤੇ ਉੱਥੇ ਵੀ ਨਾਮ। ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ। ਕਹਿੰਦੇ ਜਿੱਥੇ ਕਿੱਥੇ ਵੀ ਯਾਦ ਕਰੇਗਾ, ਗੁਰੂ ਤੇਰੀ ਰੱਖਿਆ ਕਰੇਗਾ। ਦੁਨੀਆ ਨੇ ਤੇਰਾ ਸਾਥ ਛੱਡ ਦੇਣਾ। ਥੋੜੀ ਜੀ ਬਿਮਾਰੀ ਲੱਗ ਜਾਏ, ਦੁਨੀਆ ਸਾਥ ਛੱਡ ਜਾਂਦੀ ਹੈ, ਗੁਰੂ ਰੱਖਿਆ ਕਰਦਾ। ਥੋੜਾ ਜਿਹਾ ਦੁੱਖ ਆ ਜੇ, ਦੁਨੀਆ ਦੇ ਲੋਕ ਸਾਥ ਛੱਡ ਜਾਂਦੇ ਆ। ਥੋੜੀ ਜਿਹੀ ਗਰੀਬੀ ਆ ਜੇ, ਦੁਨੀਆ ਦੇ ਲੋਕ ਸਾਥ ਛੱਡ ਜਾਂਦੇ ਆ। ਜੇ ਸਾਥ ਨਹੀਂ ਛੱਡਦਾ ਤੇ ਗੁਰੂ ਨਹੀਂ ਛੱਡਦਾ। ਜਾ ਕੋ ਮੁਸ਼ਕਲ ਅਤ ਬਣੈ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ। ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ, ਲੱਗੈ ਨਾ ਤੱਤੀ ਵਾਓ। ਕਹਿੰਦੇ ਤੱਤੀ ਵਾਹ ਨਹੀਂ ਲੱਗਣ ਦੇਣੀ। ਮਹਾਰਾਜ ਕਹਿੰਦੇ ਜਦੋਂ ਸਭ ਦੁਨੀਆ ਦੇ ਲੋਕ ਤੇਰਾ ਸਾਥ ਛੱਡ ਦੇਣ, ਇੰਨੀ ਤੇਰੇ ਤੇ ਮੁਸ਼ਕਲ ਬਣ ਜਾਏ, ਦੁਸ਼ਮਣ ਤੇਰੇ ਨੇੜੇ ਹੋ ਜਾਣ, ਸਕੇ ਸੰਬੰਧੀ ਦੂਰ ਹੋ ਜਾਣ, ਕਹਿੰਦੇ ਫਿਰ ਚਿੱਤ ਆਵੈ ਉਸ ਪਾਰ ਬ੍ਰਹਮ, ਲੱਗੈ ਨਾ ਤੱਤੀ ਵਾਓ। ਇਸ ਕਰਕੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕਿਤੇ ਉਹਨੂੰ ਜਪ ਲਿਆ ਕਰ ਵੀ ਜੋ ਕਿਛ ਹੈ ਸੋ ਤੇਰੇ ਕਰਕੇ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ, ਕਿਆ ਲਾਗੈ ਮੇਰਾ। ਇੱਥੇ ਥੋੜੀ ਜੀ ਪੜ੍ਹਾਈ ਕਰ ਲੈ, 4 ਪੈਸੇ ਆ ਜਾਣ, ਇਹਨੂੰ ਗੱਲਾਂ ਹੀ ਫੋਕੀਆਂ ਲੱਗਣ ਲੱਗ ਜਾਂਦੀਆਂ। ਆਖੋ ਸਤਿਨਾਮ। ਐਸੇ ਵੀ ਹੈਗੇ ਆ। ਥੋੜੀ ਜੀ ਮਾਇਆ ਆ ਜੇ, ਕਹਿੰਦਾ ਮੈਨੂੰ ਦੱਸੋ ਵੀ ਰੱਬ ਹੁੰਦਾ ਹੈ ਕਿ ਨਹੀਂ ਹੁੰਦਾ, ਕਿ ਐਵੇਂ ਗੱਲਾਂ ਹੀ ਬਣਾਈਆਂ ਹੋਈਆਂ। ਰੱਬ ਤੇ ਵੀ ਸ਼ੱਕ ਹੋਣ ਲੱਗ ਜਾਂਦਾ ਇਹਨੂੰ। ਜੇ ਮੱਛੀ ਕਵੇ ਵੀ ਪਾਣੀ ਹੁੰਦਾ ਕਿ ਨਹੀਂ ਹੁੰਦਾ, ਆਪਾਂ ਕਹਾਂਗੇ ਭੋਲੀਏ ਪਾਣੀ ਕਰਕੇ ਤਾਂ ਤੂੰ ਜਿਉਂਦੀ ਆ, ਜੇ ਪਾਣੀ ਨਾ ਹੁੰਦਾ ਤੂੰ ਕਿੱਥੇ ਹੁੰਦੀ। ਮੱਛੀ ਨੂੰ ਮਾਰਨਾ ਨਹੀਂ ਪੈਂਦਾ, ਪਾਣੀ ਚੋਂ ਬਾਹਰ ਕੱਢ ਕੇ ਸਿੱਟ ਦਿਓ, ਆਪੇ ਤੜਫ ਕੇ ਮਰ ਜਾਏਗੀ। ਇਸ ਕਰਕੇ ਪਰਮਾਤਮਾ ਦੀ ਜੋਤ ਹੈ, ਤੂੰ ਪਰਮਾਤਮਾ ਕਰਕੇ ਤਾਂ ਤੂੰ ਤੁਰਿਆ ਫਿਰਦਾ। ਤੂੰ ਪੁੱਛਦਾ ਕਿ ਰੱਬ ਹੈ ਕਿ ਨਹੀਂ ਹੈ। ਇੱਥੇ ਹਰੀ ਦਾ ਮੰਦਰ ਹੈ ਸਰੀਰ, ਹਰਮੰਦਰ ਇਹੋ ਸਰੀਰ ਹੈ, ਜਿਸ ਸੱਚੇ ਕੀ ਵਿੱਚ ਜੋਤ। ਇਹ ਸਰੀਰ ਸਭ ਧਰਮ ਹੈ, ਇਹ ਤਾਂ ਧਰਮ ਹੈ। ਜੇ ਸੱਚੇ ਕੀ ਵਿੱਚ ਜੋਤ ਵਿੱਚ ਪਰਮਾਤਮਾ ਦੀ ਜੋਤ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਮੂਲ ਤੋਂ ਭੁੱਲਿਆ ਹੋਇਆ ਬੰਦਾ ਕਈ ਵਾਰੀ ਬੜਾ ਦੁੱਖ ਭੋਗਦਾ ਗੁਰਮੁਖ। ਕਈ ਵਾਰੀ ਇਤਿਹਾਸ 'ਚ ਕਈ ਸਾਡੇ ਗੁਰੂ ਸਾਹਿਬਾਨਾਂ ਦੀਆਂ ਜਦੋਂ ਸਾਖੀਆਂ ਪੜ੍ਹਨ ਨੂੰ ਮਿਲਦੀਆਂ ਨੇ, ਪਾਤਸ਼ਾਹ ਨੇ ਬੜੇ ਪਾਪੀਆਂ ਨੂੰ ਬਖਸ਼ਿਆ ਜਿਹੜੇ ਭੁੱਲ ਜਾਂਦੇ ਆ। ਧੰਨ ਸ਼੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਵੇਲੇ ਇੱਕ ਭਾਈ ਪ੍ਰੇਮਾ ਹੋਇਆ। ਹੁਣ ਧਨ ਬੜਾ ਸੀ ਕੋਲ, ਜਵਾਨੀ ਹੋਵੇ, ਪੈਸਾ ਹੋਵੇ, ਕੋਈ ਹੈ ਜਿਹੜਾ ਰੱਬ ਨੂੰ ਚੇਤੇ ਕਰਦਾ, ਭਾਗਾਂ ਵਾਲਾ। ਮਾਇਆ ਮਿਲ ਵੀ ਜਾਏ ਨੇ ਤੇ ਚੰਗੇ ਪਾਸੇ ਲਾ।
ਕਹਿੰਦੇ ਰੱਬ ਨੂੰ ਚੇਤੇ ਨਹੀਂ ਕਰਦਾ ਸੀ ਤੇ ਯਾਰਾਂ ਬੇਲੀਆਂ ਨਾਲ ਰਹਿੰਦਾ, 24 ਘੰਟੇ ਮਸਤੀ ਵਿੱਚ ਰਹਿਣਾ, ਰੱਬ ਨੂੰ ਚੇਤੇ ਨਾ ਕਰਨਾ, ਕਿਉਂਕਿ ਮਨ ਵਿੱਚ ਉਹੋ ਜਿਹੇ ਫੁਰਨੇ ਬਣੇ ਹੋਏ ਸੀ। ਸਰੀਰ ਨੂੰ ਗਾਲਦੇ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਨੂੰ ਸਾਧਿਆ ਜਾ ਸਕਦਾ ਗੁਰੂ ਦਾ ਗਿਆਨ ਲੈ ਕੇ, ਖਤਮ ਨਹੀਂ ਹੁੰਦੇ, ਕਿਉਂਕਿ ਜ਼ਿੰਦਗੀ ਅੰਦਰ ਲੋੜ ਵੀ ਪੈਂਦੀ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ ਮਨੁੱਖ ਦੇ ਅੰਦਰ, ਪਰ ਜਿਹੜੇ ਇਹਨੂੰ ਸਾਧ ਲੈਂਦੇ ਆ ਇਹਨਾਂ ਨੂੰ ਸਾਧਿਆ ਜਾ ਸਕਦਾ। ਪਰ ਕਹਿੰਦੇ ਇਹ ਬੜੀ ਆਪਣੀ ਮਸਤੀ ਵਿੱਚ ਰਹਿੰਦਾ, ਜਿਵੇਂ ਕਈ ਕਹਿ ਦਿੰਦੇ ਆ ਕਿ ਐਵੇਂ ਗੱਲਾਂ ਬਣਾਈਆਂ ਹੋਈਆਂ। ਤੇ ਗੁਰਮੁਖੋ ਪਤਾ ਲੱਗ ਜਾਂਦਾ ਜਦੋਂ ਫਿਰ ਕਈ ਵਾਰੀ ਨਾ ਕੋਈ ਦੁੱਖ ਲੱਗ ਜਾਂਦਾ ਆਪਣੇ, ਉਦੋਂ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਦਾ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲ ਤੇ ਰਾਖਿਓ ਜੀ। ਕਹਿੰਦੇ ਜਗਤ ਦੀ ਝੂਠੀ ਪ੍ਰੀਤ ਹੈ, ਛੱਡ ਜਾਂਦੇ ਆ ਕਈ ਵਾਰੀ ਦੁਨੀਆ ਦੇ ਲੋਕ। ਬਿਰਲੇ ਬਿਰਲੇ ਰਹਿ ਜਾਂਦੇ ਆ ਜਿਨ੍ਹਾਂ ਦੇ ਅੰਦਰ ਦਇਆ ਹੁੰਦੀ ਹੈ, ਜਿਨ੍ਹਾਂ ਦੇ ਅੰਦਰ ਧਰਮ ਹੁੰਦਾ ਹੈ। ਉਹ ਕਿਸੇ ਦੀ ਮਦਦ ਕਰਦੇ ਆ, ਉਹ ਸੇਵਾ ਕਰਦੇ ਆ, ਉਹ ਸਿਮਰਨ ਕਰਦੇ ਆ, ਕਿਉਂਕਿ ਦਇਆ ਬਿਨਾਂ ਧਰਮ ਹੀ ਨਹੀਂ ਹੋ ਸਕਦਾ ਜਦੋਂ ਅੰਦਰ ਦਇਆ ਹੀ ਨਹੀਂ। ਤੇ ਗੁਰਮੁਖੋ ਬਿਮਾਰੀ ਲੱਗ ਗਈ, ਕਹਿੰਦੇ ਹੌਲੀ ਹੌਲੀ ਬਿਮਾਰੀ ਵੱਧਦੀ ਗਈ, ਬੜਾ ਇਲਾਜ ਕਰਵਾਇਆ। ਜਿਹੜੇ ਸਾਥੀ ਸੀ ਨਾ ਉਹ ਤੇ ਸਾਥ ਛੱਡ ਗਏ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੋਉ ਨਾ ਆਵਤ ਨੇਰਾ। ਬਿਪਤਾ ਪਈ ਤੇ ਸੰਗੀ ਸਾਥੀ ਛੱਡ ਜਾਂਦੇ ਆ। ਮਹਾਰਾਜ ਕਹਿੰਦੇ ਆ ਬਿਪਤ ਪਰੀ ਸਭ ਹੀ ਸੰਗ ਛਾੜਤ। ਪੜਦੇ ਆ ਨਾ ਕਈ ਵਾਰੀ, ਤੈਨੂੰ ਬਿਪਤਾ ਪਈ ਤੇ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਉਣਾ ਆਪਣੇ। ਬਿਪਤਾ ਪਈ ਤੇ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਉਣਾ ਆਪਣੇ। ਪਰੀ ਸਭ ਹੀ ਸੰਗ ਛਾੜਤ, ਕੋਉ ਨਾ ਆਵਤ ਨੇਰਾ। ਬਿਪਤਾ ਪਈ ਤੇ ਦੁਨੀਆ ਨਾਲ ਜੁੜੇ ਹੋਏ ਲੋਕ ਛੱਡ ਜਾਂਦੇ ਆ ਕਈ ਵਾਰੀ। ਜਿਨ੍ਹਾਂ ਦੇ ਅੰਦਰ ਦਇਆ ਹੁੰਦੀ ਹੈ ਉਹ ਦੁਨੀਆ ਦਾ ਭਲਾ ਕਰਦੇ ਆ। ਕਹਿੰਦੇ ਇਹਨੂੰ ਰੋਗ ਜਦੋਂ ਲੱਗ ਗਿਆ ਤੇ ਸਾਥੀ ਜਿਹੜੇ ਯਾਰ ਦੋਸਤ ਰੋਜ਼ ਖਾਂਦੇ ਪੀਂਦੇ ਸੀ ਨਾਲ, ਸਾਥ ਛੱਡ ਗਏ।
ਹੁਣ ਮਾਤਾ ਪਿਤਾ ਕਿਵੇਂ ਛੱਡਣ? ਮਿਹਨਤ ਕੀਤੀ, ਕਦੇ ਕਿਤੇ ਇਲਾਜ ਕਰਵਾਉਂਦੇ ਆ, ਕਦੇ ਕਿਤੇ ਇਲਾਜ ਕਰਵਾਉਂਦੇ ਆ। ਖਾਈ ਪਿੰਡ ਦੇ ਰਹਿਣ ਵਾਲਾ ਸੀ ਇਹ ਭਾਈ ਪ੍ਰੇਮਾ। ਆਖਰ ਨੂੰ ਕਹਿੰਦੇ ਵੈਦਾਂ ਨੇ ਕਹਿ ਦਿੱਤਾ ਕਿ ਇਹਨੂੰ ਆਪਣੇ ਤੋਂ ਦੂਰ ਰੱਖਿਆ ਕਰੋ। ਮਾਤਾ ਪਿਤਾ ਨੇ ਵੀ ਕਹਿ ਦਿੱਤਾ। ਜਿਵੇਂ ਹੁਣ ਬਿਮਾਰੀ ਕਿਵੇਂ ਇੱਕ ਦੂਜੇ ਤੋਂ ਲੁਕਦੇ ਸੀ ਲੋਕ, ਆ ਕਰੋਨਾ ਦੀ ਬਿਮਾਰੀ ਚੱਲੀ ਆ ਤੇ ਕਿੰਨੀ ਬਚਤ ਕਰਦਾ ਬੰਦਾ ਬੰਦੇ ਤੋਂ ਦੂਰ ਰਹਿੰਦਾ ਸੀ। ਤੇ ਹੁਣ ਮਾਤਾ ਪਿਤਾ ਨੂੰ ਕਿਹਾ ਵੀ ਤੁਸੀਂ ਵੀ ਦੂਰ ਰਿਹਾ ਕਰੋ। ਕਹਿੰਦੇ ਵਾਰ-ਵਾਰ ਘਰਦਿਆਂ ਨੇ ਵੀ ਦੂਰ ਬਹਾ ਦਿੱਤਾ ਤੇ ਹੁਣ ਕੋਹੜ ਦਾ ਰੋਗ ਹੋ ਗਿਆ ਤੇ ਬੜਾ ਬਿਲਕਦਾ ਹੈ ਗੁਰਮੁਖੋ। ਭਾਈ ਪ੍ਰੇਮੇ ਤੋਂ ਪ੍ਰੇਮਾ ਕੋਹੜੀ ਕਹਿਣ ਲੱਗ ਪਏ। ਬੜੀਆਂ ਚੀਕਾਂ ਮਾਰਦਾ ਜਦੋਂ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਕਹਿੰਦੇ ਹਾਏ ਹਾਏ ਕਰਦਾ। ਹੁਣ ਬੜਾ ਪਛਤਾਉਂਦਾ ਹੈ ਮਨ ਦੇ ਅੰਦਰ ਵੀ ਮਨਾ ਇਹੋ ਜਿਹੀ ਕੀ ਗਲਤੀ ਹੋ ਗਈ। ਜਦੋਂ ਸਰੀਰ ਵਿੱਚ ਜੋਸ਼ ਹੁੰਦਾ ਨਾ ਗੁਰਮੁਖ, ਉਦੋਂ ਕਈ ਵਾਰੀ ਭੁੱਲ ਜਾਂਦੇ ਆ। ਇਹ ਉਹਦੀ ਕਿਰਪਾ ਨਾਲ ਹੀ ਆ। ਸਾਰਾ ਖੂਨ ਦਾ ਸਰਕੂਲੇਸ਼ਨ ਜਿੰਨਾ ਚਿਰ ਚੱਲਦਾ, ਦਿਮਾਗ ਕੰਮ ਕਰਦਾ ਹੈ, ਸਰੀਰ ਤੰਦਰੁਸਤ ਆ, ਉਹਦਾ ਸ਼ੁਕਰ ਕਰਿਆ ਕਰ। ਜਿਹਨੇ ਅੱਖਾਂ ਦਿੱਤੀਆਂ, ਹੱਥ ਦਿੱਤੇ, ਸਰੀਰ ਦਿੱਤਾ ਤੰਦਰੁਸਤ, ਉਹਦਾ ਗੁਰੂ ਕੋਲ ਜਾ ਕੇ ਸ਼ੁਕਰਾਨਾ ਕਰਿਆ ਕਰ। ਸੱਚੇ ਪਾਤਸ਼ਾਹ ਨਾਮ ਦੀ ਦਾਤ ਦੇ ਦੇ, ਕਿਤੇ ਨਾਮ ਜਪ ਕੇ ਸੰਸਾਰ ਤੋਂ ਜਾਈਏ, ਦੁਨੀਆ ਦੇ ਭਲੇ ਦੇ ਕੰਮ ਕਰਾ ਇਹਨਾਂ ਹੱਥਾਂ ਤੋਂ। ਇਹ ਅੱਖਾਂ ਚੰਗਾ ਵੇਖਣ, ਇਹ ਹੱਥ ਚੰਗਾ ਕੰਮ ਕਰਨ, ਇਹ ਸਰੀਰ ਕਿਸੇ ਦੇ ਕੰਮ ਆਵੇ। ਤੇ ਬੜੀਆਂ ਚੀਕਾਂ ਮਾਰਦਾ ਗੁਰਮੁਖੋ। ਹੁਣ ਇੱਕ ਦਿਨ ਹੋਇਆ ਕਿ ਜਦੋਂ ਗੁਰੂ ਦੀ ਦ੍ਰਿਸ਼ਟੀ ਹੁੰਦੀ ਹੈ, ਕਰਮ ਬਦਲਦੇ ਆ ਮਨੁੱਖ ਦੇ। ਜਦੋਂ ਹਾਰ ਜਾਂਦਾ ਬੰਦਾ, ਗੁਰੂ ਫੇਰ ਵੀ ਬਖਸ਼ਣਹਾਰ ਹੈ। ਜਿਉਂ ਮੀਂਹ ਬੁੱਠੈ ਗਲੀਆਂ ਨਾਲਿਆਂ, ਟੋਭਿਆਂ ਕਾ ਜਲ ਜਲ ਜਾਏ ਪਵੈ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋ ਜਾਵੈ। ਜਿਵੇਂ ਕਹਿੰਦੇ ਗਲੀਆਂ ਨਾਲਿਆਂ ਟੋਭਿਆਂ ਮੀਂਹਾਂ ਦਾ ਜਲ ਨਦੀ ਵਿੱਚ ਰਲ ਕੇ, ਗੰਗਾ ਵਿੱਚ ਰਲ ਕੇ ਪਵਿੱਤਰ ਹੋ ਜਾਂਦਾ ਹੈ। ਇਸੇ ਤਰ੍ਹਾਂ ਪਾਪੀ ਬੰਦਾ ਜਦੋਂ ਗੁਰੂ ਕੋਲ ਆ ਜਾਂਦਾ ਹੈ ਜਾਂ ਸਤਸੰਗ ਵਿੱਚ ਮਿਲ ਜਾਂਦਾ ਹੈ, ਉਹ ਸਤਸੰਗ ਦਾ ਰੂਪ ਬਣ ਜਾਂਦਾ ਹੈ। ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੈ। ਗੁਰੂ ਬਖਸ਼ਣਹਾਰ ਹੈ, ਪਰ ਕਿਤੇ ਬਖਸ਼ਾ ਲੈਂਦੇ। ਗੁਰੂ ਬਖਸ਼ਣਹਾਰ ਹੈ। ਕਹਿੰਦੇ ਸੰਗਤ ਜਾ ਰਹੀ ਸੀ ਗੁਰੂ ਅਮਰਦਾਸ ਮਹਾਰਾਜ ਕੋਲ, ਗੋਇੰਦਵਾਲ ਸਾਹਿਬ। ਸੰਗਤ ਇਕੱਠੀ ਹੋ ਕੇ ਜਾ ਰਹੀ ਸੀ ਤੇ ਇਹ ਰਸਤੇ 'ਚ ਬੈਠਾ। ਜਦੋਂ ਇਹਦੇ ਕੋਲ ਦੀ ਲੰਘਣ ਲੱਗੇ ਨਾ, ਇਹਨੇ ਆਵਾਜ਼ਾਂ ਮਾਰਨੀਆਂ ਸ਼ੁਰੂ ਕਰਤੀਆਂ ਵੀ ਮੇਰੀ ਵੀ ਗੱਲ ਸੁਣ ਲਓ ਆ ਕੇ ਕੋਈ, ਮੈਂ ਬਹੁਤ ਦੁਖੀ ਹਾਂ, ਮੇਰੀ ਮਦਦ ਕਰੋ। ਹੁਣ ਵਿੱਚ ਬੰਦੇ ਹੁੰਦੇ ਆ, ਵਿੱਚ ਤੇ ਕਹਿੰਦੇ ਵੀ ਰੋਗ ਲੱਗ ਜਾਏਗਾ, ਬੜਾ ਰੋਗੀ ਹੈ। ਵਿੱਚ ਕਹਿੰਦੇ ਨਹੀਂ, ਦਰਸ਼ਨ ਕਰਨ ਤੇ ਚੱਲੇ ਆਂ, ਵੇਖ ਤੇ ਲਈਏ, ਆਪਣਾ ਫਰਜ਼ ਬਣਦਾ। ਨਾਮ ਜਪਣਾ ਚਾਹੀਦਾ। ਇਹ ਵੀ ਨਾ ਹੋਵੇ ਵੀ ਗੁਰਦੁਆਰੇ ਬੈਠਾ ਸਵੇਰੇ ਵਾਹਿਗੁਰੂ ਵਾਹਿਗੁਰੂ ਕਰਦਾ ਰਿਹਾ ਤੇ ਰਸਤੇ 'ਚ ਕਿਸੇ ਦਾ ਐਕਸੀਡੈਂਟ ਹੋਇਆ ਪਿਆ, ਵੇਖਿਆ ਵੀ ਨਾ। ਫਿਰ ਨਾਮ ਜਪਣ ਨੂੰ ਕੀ ਕਰੀਏ? ਫਿਰ ਕਾਹਦਾ ਸਿੱਖ ਹੈ? ਕੋਈ ਦੁਖੀ ਹੋ ਰਿਹਾ, ਕਹਿੰਦੇ ਉਹ ਕਾਹਦਾ ਬਾਦਸ਼ਾਹ ਹੈ, ਉਹ ਕਾਹਦਾ ਅਮੀਰ ਆ ਜਿਹਦਾ ਗੁਆਂਢੀ ਭੁੱਖਾ ਮਰਦਾ ਹੋਵੇ। ਉਹਦੀ ਬਾਦਸ਼ਾਹੀ ਨੂੰ ਕੀ ਕਰੀਏ, ਉਹਦੀ ਅਮੀਰੀ ਨੂੰ ਕੀ ਕਰੀਏ ਜਿਹਦੇ ਗੁਆਂਢੀ ਰੋਟੀ ਬਿਨਾਂ ਵੀ ਬੈਠਾ ਆ, ਜਿਹਨੂੰ ਕੋਈ ਰੋਟੀ ਦਾ ਉਹਨੂੰ ਟੁਕੜਾ ਨਹੀਂ ਦੇ ਸਕਦਾ ਜਾ ਕੇ। ਐਸੀ ਅਮੀਰੀ ਨੂੰ ਕੀ ਕਰੀਏ? ਕਹਿੰਦੇ ਵੇਖਿਆ ਜਾ ਕੇ ਜਦੋਂ, ਹਾਂ ਬਈ, ਕਹਿੰਦਾ ਕਿੱਥੇ ਚੱਲੇ ਹੋ? ਮੈਨੂੰ ਨਾਲ ਲੈ ਚੱਲੋ। ਕਹਿੰਦੇ ਗੋਇੰਦਵਾਲ ਸਾਹਿਬ ਚੱਲੇ ਆ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ। ਕਹਿੰਦਾ ਮੈਂ ਪਾਪੀ ਆ, ਕਿਰਪਾ ਕਰਕੇ ਮੈਨੂੰ ਵੀ ਬਖਸ਼ਾ ਦਿਓ। ਕਹਿੰਦੇ ਕੌਣ ਚੱਕ ਕੇ ਲਿਜਾਏਗਾ? ਹੁਣ ਭਗਤ ਪੂਰਨ ਸਿੰਘ ਵਰਗਿਆਂ ਨੇ ਵੀ ਬੜੇ ਰੋਗੀ ਸਾਹਮਣੇ ਆ, ਜਿਨ੍ਹਾਂ ਨੂੰ ਭਰੋਸਾ ਹੁੰਦਾ। ਵਿੱਚ ਹੁੰਦੇ ਆ ਬੜੇ ਦਲੇਰ ਬੰਦੇ ਵੀ ਕੀ ਹੋ ਜਾਏਗਾ, ਵੇਖੀ ਜਾਏਗੀ, ਬਿਮਾਰੀ ਲੱਗ ਜਾਏਗੀ, ਆਪਾਂ ਲੈ ਚੱਲਦੇ ਆ ਨਾਲ। ਮੋਢਿਆਂ ਤੇ ਚੱਕ ਲਿਆ, ਕਹਿੰਦੇ ਸਿਮਰਨ ਕਰਦੇ ਤੁਰੇ ਜਾਂਦੇ ਆ ਤੇ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਆ, ਸੱਚੇ ਪਾਤਸ਼ਾਹ ਤੁਸੀਂ ਤਾਂ ਰੋਗੀਆਂ ਦੇ ਰੋਗ ਕੱਟਣ ਵਾਲੇ ਹੋ, ਤੁਸੀਂ ਕਿਰਪਾ ਕਰੋ, ਇਹਨੂੰ ਬਖਸ਼ ਲਿਓ। ਕਹਿੰਦੇ ਤੂੰ ਫਿਕਰ ਨਾ ਕਰ, ਤੇਰਾ ਰੋਗ ਕੱਟਿਆ ਜਾਏਗਾ, ਹੁਣ ਤੈਨੂੰ ਨਾਲ ਲੈ ਕੇ ਜਾਵਾਂਗੇ। ਉਹ ਕਹਿੰਦੇ ਆ
ਮੇਰਾ ਵੈਦ ਗੁਰੂ ਗੋਬਿੰਦਾ, ਰੋਗੀਆਂ ਦੇ ਰੋਗ ਕੱਟਦਾ। ਵੈਦ ਹੈ ਗੁਰੂ ਗੋਬਿੰਦਾ, ਰੋਗੀਆਂ ਦੇ ਰੋਗ ਕੱਟਦਾ। ਭਰੋਸਾ ਹੋਣਾ ਚਾਹੀਦਾ, ਵਿਸ਼ਵਾਸ ਹੋਣਾ ਚਾਹੀਦਾ ਗੁਰੂ ਤੇ ਵੀ ਇਹ ਉਹੀ ਗੁਰੂ ਨਾਨਕ ਹੈ। ਕਦੇ ਸ਼ਬਦ ਇਹੀ ਸਾਨੂੰ ਸਰੀਰ 'ਚ ਰਹਿ ਕੇ ਗੁਰੂ ਗਿਆਨ ਦਿੰਦਾ, ਅੱਜ ਸ਼ਬਦ ਰਾਹੀਂ ਗਿਆਨ ਦੇ ਰਿਹਾ, ਪਰ ਸੁਣੀਏ ਤੇ ਸਹੀ ਨਾ ਵੇਖੀਏ। ਸਾਡੀ ਅੱਖ ਹੋਣੀ ਚਾਹੀਦੀ ਹੈ ਵੇਖਣ ਵਾਲੀ। ਕਹਿੰਦੇ ਤੂੰ ਫਿਕਰ ਨਾ ਕਰ, ਭਰੋਸਾ ਸੀ ਵੀ ਗੁਰੂ ਸਾਹਿਬ ਠੀਕ ਕਰ ਦੇਣਗੇ ਤੈਨੂੰ। ਉਹ ਦਵਾਈ ਵੀ ਦਿੰਦੇ ਆ, ਉਹ ਨਾਮ ਦੀ ਦਵਾਈ ਵੀ ਦਿੰਦੇ ਆ ਤੇ ਉਹ ਸਰੀਰਕ ਦਵਾਈ ਵੀ ਦਿੰਦੇ ਆ। ਤੂੰ ਫਿਕਰ ਨਾ ਕਰ, ਲੈ ਗਏ ਕਹਿੰਦੇ ਬੜਾ ਵੱਡਾ ਘਟ ਸੀ, ਜਾ ਕੇ ਕਹਿੰਦੇ ਪਹਿਲਾਂ ਇਹਨੂੰ ਵੇਖੋ ਜੀ, ਇਹ ਆ ਪ੍ਰੇਮਾ ਬੜਾ ਵਿਲਕ ਰਿਹਾ ਹੈ, ਸਾਥੋਂ ਵੇਖਿਆ ਨਹੀਂ ਜਾਂਦਾ। ਮਹਾਰਾਜ ਕੋਲੇ ਲੈ ਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਪ ਵੇਖਦੇ। ਭਾਈ ਪ੍ਰੇਮੇ ਦੇ ਸਿਰ ਤੇ ਹੱਥ ਫੇਰਿਆ, ਭਾਈ ਬੜਾ ਭੈੜਾ ਰੋਗ ਲੱਗਾ, ਕੀ ਕਰਦਾ ਰਿਹਾ? ਕਹਿੰਦਾ ਚੰਗਾ ਕੰਮ ਹੋਇਆ ਹੀ ਨਹੀਂ ਕੋਈ, ਕਦੇ ਨਾਮ ਨਹੀਂ ਜਪਿਆ, ਕਦੇ ਬਾਣੀ ਨਹੀਂ ਪੜ੍ਹੀ, ਸਗੋਂ ਬਾਣੀ ਪੜ੍ਹਨ ਵਾਲਿਆਂ ਨੂੰ ਵੀ ਮਜ਼ਾਕ ਕਰਦਾ ਸੀ, ਧਿਆਨ ਨਹੀਂ ਦਿੰਦਾ ਸੀ, ਸੁਣਦਾ ਨਹੀਂ ਸੀ, ਕੋਈ ਚੰਗਾ ਕੰਮ ਨਹੀਂ ਹੋਇਆ। ਹੁਣ ਫਿਰ ਸੱਚੇ ਪਾਤਸ਼ਾਹ ਬਖਸ਼ ਲਓ, ਕਿਰਪਾ ਕਰੋ। ਸੱਚੇ ਪਾਤਸ਼ਾਹ ਨੇ ਕਿਹਾ, ਕਿਉਂਕਿ ਪਹਿਲਾਂ ਦਵਾਈਆਂ ਇਦਾਂ ਦੀਆਂ ਹੁੰਦੀਆਂ, ਵੈਦਗੀ ਦੀ ਤਰ੍ਹਾਂ ਦਵਾਈਆਂ ਦਿੱਤੀਆਂ ਜਾਂਦੀਆਂ, ਦੇਸੀ ਦਵਾਈਆਂ, ਕੋਈ ਨਿੰਮ ਵਗੈਰਾ ਉਬਾਲ ਕੇ ਦਵਾਈ ਬਣਾ ਕੇ ਇਹਨੂੰ ਰੋਜ਼ ਇਸ਼ਨਾਨ ਕਰਾਇਆ ਕਰੋ। ਸੇਵਾਦਾਰਾਂ ਨੂੰ ਕਿਹਾ ਕਿ ਇਹਨੂੰ ਇੱਥੇ ਰੱਖੋ। ਤੇ ਭਾਈ ਪ੍ਰੇਮਿਆ, ਤੂੰ ਕਥਾ ਹੁੰਦੀ ਹੈ, ਗੁਰਬਾਣੀ ਪੜ੍ਹੀ ਜਾਂਦੀ ਹੈ, ਇੱਥੇ ਤੂੰ ਗੁਰਬਾਣੀ ਵੀ ਸੁਣਿਆ ਕਰ ਤੇ ਤੇਰਾ ਰੋਜ਼ ਇਸ਼ਨਾਨ ਹੋਇਆ ਕਰੇਗਾ, ਤੈਨੂੰ ਦਵਾਈ ਵੀ ਦਿੱਤੀ ਜਾਏਗੀ, ਤੂੰ ਠੀਕ ਹੋ ਜਾਏਗਾ। ਵਾਚਨ ਕਰ ਦਿੱਤਾ, ਆਖੋ ਸਤਨਾਮ। ਵਾਚਨ ਕਰ ਦਿੱਤਾ ਗੁਰੂ ਨੇ, ਹੁਣ ਵੀ ਤੂੰ ਠੀਕ ਹੋ ਜਾਏਗਾ, ਤੈਨੂੰ ਦਵਾਈ ਵੀ ਦੇਾਂਗੇ। ਕਹਿੰਦੇ ਇੱਕ ਪਾਸੇ ਜਗ੍ਹਾ ਦੇ ਦਿੱਤੀ ਰਹਿਣ ਵਾਸਤੇ। ਹੁਣ ਰੋਜ਼ ਦਵਾਈ ਦਿੱਤੀ ਜਾਂਦੀ ਹੈ, ਇਸ਼ਨਾਨ ਕਰਵਾਇਆ ਜਾਂਦਾ ਹੈ ਤੇ ਹੌਲੀ ਹੌਲੀ
भाई प्रेमे का शरीर सी जिहड़ा वो तंदुरुस्त होने लगा ते तुरन फिरन लग गया। एक दिन गुरु अमरदास महाराज सच्चे पातशाह तुरे आउंदे वेखदे आ भाई प्रेमे ने, ये प्रेमिया ठीक लगता है कुछ? कहंदा हाँ जी। कहंदे फिर सेवा कर लिया कर, झाड़ू की सेवा कर लिया कर, कोई संगत के जुत्ते झाड़ लिया कर, तेरे ते कृपा की अकाल पुरख ने, तू ठीक हो जाएगा। कहंदे इन्ना क ठीक हो गया, तंदुरुस्त, कहंदे सेवा भी करन लग पिया। इत्थों तक बख्शिश हुई भी गुरु किवें बख्शदा है, गुरु किवें भिखारी ते राज करावे, राजा ते भिखारी, खल मूर्ख ते पंडित करबो, पंडित ते मुगधारी। ये उहदियां खेडां ने परमात्मा दियां। भिखारियां नूं राजे बना सकदा ते राजियां नूं भिखारी बना सकदा, ये उहदी बख्शिश है। कहंदे एक दिन कोई आया, गुरु अमरदास महाराज बैठे संगतां विच कि पातशाह साडी बेटी है, नौजवान है, कोई लड़का होवे तां असीं रिश्ता करना है उहनूं। महाराज पता है की कहंदे? कहंदे साडे कोल रहिंदा एक भाई प्रेमा। कहंदे महाराज किन्ना दा लड़का है वो? महाराज कहंदे साडा ही समझो, जिन्हों अपना पुत्र बना लिया होवे गुरु ने। तुसीं की पुछ के लैना, तुसीं साडे ही समझो, ठीक ठाक है, बीमार सी पहलां ते कोई किरत करेगा, अपना परिवार पालेगा, तुसीं उहनूं अपनी बेटी का रिश्ता कर सकते हो। कहंदे महाराज ने भाई प्रेमे कोली नूं ठीक करके विआहण दे योग भी हो गया, ते सच्चे पातशाह ने प्रचार ते ड्यूटी लाई, प्रचार करन ते ड्यूटी लाती। भाई एडियां बख्शिशां वो गुरु कर सकदा है। लखू धाड़वी वर्गियां नूं जिहड़े चोरियां ठगियां करदे सी, गुरु बख्श के प्रचारक ला दिंदा गुरमुखो, लाहौर की धरती ते भेज सकदा, भूमीए चोर वर्गियां नूं तार सकदा है, सज्जन ठग वर्गियां दा जीवन बदल सकदा है, ते अपने ते कृपा क्यों नहीं करेगा? इस करके शरधा रखिए, गुरबाणी नाल जुड़िए। आओ मैं समा हो चुकिया समाप्ति करा, मैनूं 12:30 बजे का हुक्म होया, 12:30 हो चुके। ते गुरमुखो बाणी नाल जुड़िए जिउंदे जी, जिन्ना चिर सवास ने, जिन्ना चिर शरीर तंदुरुस्त है, शरीर तंदुरुस्त है तां ही बाणी पढ़ी जा सकती है, तां ही बंदा इशनान करता है, तां ही गुरु घर जाता है। उन्हें शरीर दिता ना, तो जरूर सवेरे उठ के नाम जपिया करो, भावें 5 मिनट जपिया करो। अंतर गुर आराधना जेवा जप गुर नाओ, सतगुरु जी कहते हैं जेवा जपै ना नाम तिल तिल कर कटी है। जिहड़ी जीव नाम नहीं जपदी उन्होंने ते तिल तिल करके कट देना चाहिए। जदों भी समा मिले कहते वो जीवन तरकार है, प्राणी तू आया लाहा लैन लगा, कितक फकड़े सब मुकदी चली रहन। आ जिंदगी रूपी रात गुरमुखों मुकदी जाती है, आखिर नूं यही रस्ता है। बड़े बड़े अहुदे मिल जाते हैं, अफसर भी बन जाते हैं, बड़े बड़े लीडर भी बन जाते हैं, बड़े बड़े विद्वान भी बन जाते हैं दुनिया ते, पर आखिर नूं राह यही है, एक दिन छड्डना भी है संसार। मन परदेसी वे आओ करे, असी परदेसी आए हुए हैं, एक ना एक दिन ये देश छड्डना पैना, क्योंकि ये साडा नहीं। इस करके दुनिया दीयां अंतम अरदासां ते जाने आ, भोगां ते जाने आ, कि अपना भी ख्याल करिए, ओए मना तैं भी ये दुनिया नूं छड्डना है। इस करके सवेरे उठ के इशनान करके नाम बाणी नाल जुड़िए, अपना जीवन बनाइए, अपने बच्चों का जीवन बनाइए, गुरु वाले बनीए। यही असली जीवन के लाहे हैं भाई। सुआओ जिन्ने भी आप जी सत्कारयोग माता सरजीत कौर जी, इन्हां दी अंतिम अरदास विच दूरों नेड़ों सके संबंधी सारे पहुँचे हो, सारिਆਂ ਦਾ बहुत बहुत धन्यवाद। दुख की घड़ी विच पहुँच के दुख वंडाया, क्योंकि दुनियावी तौर पर जे सोचीए माँ प्यो का दुख बड़ा वड्डा दुख होंदा, भावें बजुर्ग ही होवे माँ। दुनिया के लोग कह सकते हैं भी फलानिਆਂ की बुढ़ी चली गई, पर पुत्रां लई धीआं लई कदे माँ बुढ़ी नहीं हुंदी, कदे पिता बुढ़ा नहीं हुंदा। उन्होंने तो अपना प्यो ही लगता, उन्होंने तो अपनी माँ ही लगती है भी चलो बैठी सी वेख लेंदे सी। दुनियावी स्नेह ही ऐसा हुंदा है, 2-4 दिन किसी नाल सफ़र कर लीए ना, गल्लां कर लीए, भुलदा ते ओह नहीं। किसी नाल प्यार बन जे, प्रेम बन जे, गल्लां कर लीए बड़ा चंगा बंदा सी, भुलदा ते ओह नहीं। आपां मिलण जाने आ ते माँ प्यो ने तो फिर भी चलना सिखाया हुंदा है,
ਦੁਨੀਆ ਵਿੱਚ ਉਂਗਲ ਫੜ ਕੇ ਜਿਹਨੇ ਤੁਰਨਾ ਸਿਖਾਇਆ ਹੋਵੇ, ਮਾਂ ਵਰਗਾ ਘਣਸ਼ਾਵਾਂ ਬੂਟਾ ਮੈਨੂੰ ਕਿਤੇ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਕਹਿੰਦੇ ਸਵਰਗ ਵਰਗੀ ਛਾਂ ਹੁੰਦੀ ਹੈ ਮਾਂ ਦੀ। ਬੜਾ ਸਤਿਕਾਰਯੋਗ ਦਰਜਾ ਹੈ, ਬੜਾ ਉੱਚਾ ਦਰਜਾ ਹੈ ਮਾਂ ਦਾ। ਸਤਿਕਾਰ ਕਰਨਾ ਚਾਹੀਦਾ ਹੈ। ਜਿੰਨੇ ਮਰਜ਼ੀ ਅਹੁਦਿਆਂ ਤੇ ਚਲੇ ਜਾਈਏ, ਕੀ ਹੋ ਗਿਆ ਬੁੱਢੇ, ਅਸੀਂ ਵੀ ਹੋਣਾ ਇੱਕ ਦਿਨ, ਸਮਾਂ ਇਹ ਸਾਡੇ ਤੇ ਵੀ ਆਉਣਾ ਹੈ। ਪਰ ਕਈ ਵਾਰੀ ਮਾਂ ਪਿਓ ਕੋਲ ਖੜੇ ਹੁੰਦੇ ਆ, ਜਦੋਂ ਚਾਰ ਪੁੱਤ ਪਰਾਂ ਖੜ ਕੇ ਰਾਏ ਕਰ ਰਹੇ ਹੁੰਦੇ ਆ ਨਾ, ਤਾਂ ਮਾਂ ਪਿਓ ਦਾ ਮਨ ਬੜਾ ਦੁਖੀ ਹੁੰਦਾ ਵੀ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਮੈਂ ਲੰਘਿਆ ਇੱਥੋਂ ਦੀ। ਮਾਂ ਪਿਓ ਨੂੰ ਪੁੱਛ ਹੀ ਲਈਏ ਨਾ, ਮੰਜੇ ਤੇ ਬਹਿ ਕੇ ਦੁੱਖ ਸੁੱਖ ਤੇ ਖੂਨ ਵੱਧ ਜਾਂਦਾ ਮਾਂ ਪਿਓ ਦਾ। ਰਾਈ ਲੈ ਲਈਏ ਨਾ ਵੀ ਮਾਤਾ ਜੀ ਆਹ ਕੰਮ ਕਰਨ ਲੱਗਿਆ ਕਰ ਲਈਏ, ਆਹ ਸਾਧਨ ਲਿਆਉਣ ਲੱਗਿਆ ਲੈ ਆਈਏ, ਪਿਓ ਨੂੰ ਪੁੱਛ ਹੀ ਲਈਏ, ਮਾਂ ਨੂੰ ਪੁੱਛ ਹੀ ਲਈਏ, ਤੇ ਖੂਨ ਵੱਧ ਜਾਂਦਾ ਮਾਂ ਪਿਓ ਦਾ ਵੀ ਮੇਰੇ ਪੁੱਤਰਾਂ ਨੇ ਮੇਰੀ ਰਾਏ ਲੈਤੀ ਹੈ ਕੰਮ ਵਿੱਚ। ਰਾਏ ਲੈਣੀ ਚਾਹੀਦੀ ਆ ਮਾਂ ਪਿਓ ਦੀ। ਲੰਘਦੇ ਟੱਪਦੇ ਮੰਜੇ ਤੇ ਬੈਠ ਜਾ ਕਰ, ਕਿਤੇ ਪੁੱਛ ਲਿਆ ਕਰ ਵੀ ਕੀ ਹਾਲ ਹੈ ਮਾਂ ਤੇਰਾ, ਕੋਈ ਦਵਾਈ ਬੂਟੀ ਦੀ ਲੋੜ ਤਾਂ ਨਹੀਂ, ਕੁਛ ਦੁਖਦਾ ਤੇ ਨਹੀਂ ਤੇਰਾ। ਕਿਤੇ ਬਜ਼ੁਰਗ ਨੂੰ ਪੁੱਛ ਲਿਆ ਕਰ ਬਹਿ ਕੇ, ਪਿਤਾ ਜੀ ਕੋਈ ਦਵਾਈ ਦੀ ਲੋੜ ਤੇ ਨਹੀਂ, ਕੁਛ ਦੁਖਦਾ ਤੇ ਨਹੀਂ ਤੁਹਾਡਾ, ਪੁੱਛ ਲਿਆ ਕਰ। ਕਹਿੰਦੇ ਜੇ ਦੁਖਦਾ ਵੀ ਹੋਵੇ ਤੇ ਤਾਂ ਵੀ ਹਟ ਜਾਂਦਾ। ਮਾਤਾ ਪਿਤਾ ਦਾ ਸਤਿਕਾਰ ਕਰੀਏ, ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਨਾਲ ਜੁੜੀਏ, ਹੋਈਆਂ ਭੁੱਲਾਂ ਦੀ ਖਿਮਾ। ਆਓ ਹੁਣ ਆਪਾਂ ਆਨੰਦ ਸਾਹਿਬ ਪੜ੍ਹ ਕੇ ਅਰਦਾਸ ਵਿੱਚ ਜੁੜੀਏ। ਮਾਤਾ ਜੀ ਦੇ ਸਪੁੱਤਰ ਸਰਦਾਰ ਦਰਸ਼ਨ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਦੁੱਖ ਦੀ ਘੜੀ ਵਿੱਚ ਹਾਜ਼ਰੀ ਭਰੀ ਹੈ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ